ਜੀ ਵੈਲਕਮ ਦੋਸਤੋ, ਤੁਸੀਂ ਸੁਣ ਰਹੇ ਰੇਡੀਓ ਪੰਜਾਬ, ਆਪਣੀ ਹੋਸਟ ਆਪਣੀ ਦੋਸਤ ਕਮਲ ਔਜਲਾ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਗੈਸਟ ਦੇ ਨਾਲ। ਇਹ ਪ੍ਰੋਗਰਾਮ ਦਾ ਜਿਹੜਾ ਸੈਗਮੈਂਟ ਆ ਦੋਸਤੋ, ਏਕਤਾ ਟੀਵੀ YouTube ਲਾਈਵ ਵੀ ਪ੍ਰਸਾਰਿਤ ਹੋ ਰਿਹਾ ਇਸ ਵਕਤ। ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਮਨਜੀਤ ਬੈਂਸ, ਜੋ ਕਿ ਚੇਅਰਮੈਨ ਆਫ ਵੂਮਨ ਐਮਪਾਵਰਮੈਂਟ ਕਮੇਟੀ ਇਨ ਚੇਤਨਾ ਸੁਸਾਇਟੀ, ਜੋ ਕਿ ਹੈਗੀ ਆ ਕੈਨੇਡਾ ਦੇ ਵਿੱਚ, ਚੇਤਨਾ ਐਸੋਸੀਏਸ਼ਨ ਇਨ ਕੈਨੇਡਾ। ਇਸ ਦੇ ਨਾਲ ਕਾਫੀ ਸਮੇਂ ਤੋਂ ਕੰਮ ਕਰ ਰਹੇ ਨੇ। ਮਨਜੀਤ ਜੀ, ਇਹਨਾਂ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਵੈਸੇ ਇਹਨਾਂ ਦਾ ਜਿਹੜਾ ਪਿਛੋਕੜ ਆ, ਇੰਡੀਆ ਤੋਂ ਇਹ ਬਾਇਓਲੋਜੀ ਦੇ ਲੈਕਚਰਰ ਹੋਇਆ ਕਰਦੇ ਸੀ ਅਤੇ ਅੱਜ ਕੱਲ੍ਹ ਇੱਥੇ ਵੈਂਕੂਵਰ ਸ਼ਹਿਰ ਦੇ ਵਿੱਚ ਵੈਂਕੂਵਰ ਜਨਰਲ ਹੌਸਪੀਟਲ ਦੇ ਵਿੱਚ ਰਜਿਸਟਰਡ ਨਰਸ ਨੇ, ਅਤੇ ਨਾਲ ਹੀ ਨਾਲ ਇੱਕ ਕਮਿਊਨਿਟੀ ਐਕਟਿਵਿਸਟ ਵੀ ਨੇ। ਇਹਨਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ। ਜ਼ਿਆਦਾਤਰ ਇਹਨਾਂ ਨੂੰ ਇਨਵਾਈਟ ਕਰਨ ਦਾ ਰੀਜ਼ਨ ਸੀ ਕਿ ਅਸੀਂ ਗੱਲ ਕਰ ਸਕੀਏ, ਡਾਕਟਰ ਅੰਬੇਦਕਰ ਜੀ ਦੇ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕਰ ਸਕੀਏ। ਸੋ ਲਓ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਥੈਂਕ ਯੂ। ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਵੈਲਕਮ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਮਲ ਜੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ, ਅਤੇ ਤੁਹਾਡੇ ਸਾਰੇ ਹੀ ਲਿਸਨਰਸ ਅਤੇ ਦੇਖਣ ਵਾਲਿਆਂ ਨੂੰ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦੀ ਹੈਗੀ ਹਾਂ ਕਿ ਤੁਸੀਂ ਮੈਨੂੰ ਇਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਨਾ? ਸੋ ਜੀ ਮਨਜੀਤ ਜੀ, ਹਾਂਜੀ ਹਾਂਜੀ, ਬਿਲਕੁਲ ਸੁਣੀ ਆ। ਸੋ ਤੁਹਾਡਾ ਵਾਂਸ ਅਗੇਨ ਬਹੁਤ ਬਹੁਤ ਨਿੱਘਾ ਸਵਾਗਤ ਹੈ। ਅਤੇ ਸਭ ਤੋਂ ਪਹਿਲਾਂ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਚੇਤਨਾ ਐਸੋਸੀਏਸ਼ਨ ਦੇ ਬਾਰੇ, ਕਿ ਤੁਸੀਂ ਇਸ ਦੇ ਨਾਲ ਕਿਸ ਤਰ੍ਹਾਂ ਜੁੜੇ, ਅਤੇ ਚੇਤਨਾ ਐਸੋਸੀਏਸ਼ਨ ਜਿਹੜੀ ਆ ਕੀ ਕੰਮ ਕਰਦੀ ਆ। ਸਾਡੇ ਸਰੋਤਿਆਂ ਨੂੰ, ਸਾਡੇ ਵਿਊਅਰਸ ਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਪਹਿਲਾਂ ਦੱਸੋ। ਬਿਲਕੁਲ ਜੀ। ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਨਾਲ ਮੈਂ ਤਕਰੀਬਨ 5 ਸਾਲ ਤੋਂ ਜੁੜੀ ਹੈਗੀ ਹਾਂ, ਅਤੇ ਇਹ ਚੇਤਨਾ ਐਸੋਸੀਏਸ਼ਨ ਜਿਵੇਂ ਨਾਮ ਹੀ ਦਰਸਾਉਂਦਾ ਹੈ, ਅਵੇਅਰਨੈਸ। ਇਹ ਅਵੇਅਰਨੈਸ ਕਰਦੀ ਹੈ ਲੋਕਾਂ ਦੇ ਵਿੱਚ। ਕੋਈ ਵੀ ਇਸ਼ੂ ਆਉਂਦਾ ਹੈਗਾ, ਚਾਹੇ ਉਹ ਕਾਸਟਿਜ਼ਮ 'ਤੇ ਹੋਵੇ, ਚਾਹੇ ਡਿਸਕ੍ਰਿਮੀਨੇਸ਼ਨ 'ਤੇ ਹੋਵੇ, ਚਾਹੇ ਰੇਸਿਜ਼ਮ 'ਤੇ ਹੋਵੇ, ਚਾਹੇ ਉਹ ਵਿਮਨ ਦੇ ਨਾਲ ਵਧੀਕੀ ਦਾ ਹੋਵੇ, ਕੋਈ ਵੀ ਸਾਡੇ ਕੋਲ ਇਸ਼ੂ ਆਉਂਦਾ, ਅਸੀਂ ਉਸਨੂੰ ਉਠਾਉਂਦੇ ਹਾਂ, ਅਸੀਂ ਪਬਲਿਕ 'ਚ ਜਾਂਦੇ ਹਾਂ, ਅਵੇਅਰ ਕਰਦੇ ਹਾਂ। ਡਾਕਟਰ BR ਅੰਬੇਡਕਰ ਜੀ ਦਾ ਮੇਨ ਮਿਸ਼ਨ ਜਿਹੜਾ ਹੈਗਾ ਆ, ਲਿਬਰਟੀ, ਜਸਟਿਸ, ਫਰਟਰਨਿਟੀ, ਉਹਨੂੰ ਅਸੀਂ ਪੂਰੀ ਤਰ੍ਹਾਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਬੇਸਿਕਲੀ ਅਸੀਂ ਬਾਬਾ ਸਾਹਿਬ ਜੀ ਦੇ ਪੂਰਨਿਆਂ 'ਤੇ ਚੱਲ ਕੇ ਚੇਤਨਾ ਐਸੋਸੀਏਸ਼ਨ ਨੂੰ ਦੇ ਥਰੂ ਲੋਕਾਂ ਵਿੱਚ ਚੇਤਨਾ ਲਿਆਉਂਦੇ ਹਾਂ। ਅੱਜ ਕੱਲ੍ਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇੰਨੀ ਜ਼ਿਆਦਾ ਬਿਜ਼ੀ ਰਹਿੰਦੀ ਆ, ਮਸਰੂਫ ਰਹਿੰਦੀ ਆ, ਕਿ ਸਾਡਾ ਜਿਹੜੇ ਪੁਰਾਣੇ ਖਜ਼ਾਨੇ ਹੈਗੇ ਆ, ਜਿਸ ਤਰ੍ਹਾਂ ਹੁਣ ਤੁਸੀਂ ਡਾਕਟਰ ਅੰਬੇਦਕਰ ਜੀ ਦਾ ਨਾਂ ਲਿਆ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਉਹਨਾਂ ਦੇ ਜਿਹੜੇ ਵਿਚਾਰ ਸੀਗੇ, ਉਹ ਅਸੀਂ ਤਕਰੀਬਨ ਭੁੱਲ ਹੀ ਗਏ ਹਾਂ। ਸੋ ਚੇਤਨਾ ਐਸੋਸੀਏਸ਼ਨ ਇੱਕ ਇਹੋ ਜਿਹੀ ਐਸੋਸੀਏਸ਼ਨ ਆ ਜਿਹੜੀ ਉਹਨਾਂ ਦੇ ਵਿਚਾਰਾਂ 'ਤੇ ਚੱਲ ਕੇ ਬਾਕੀਆਂ ਨੂੰ ਸੇਧ ਦਿੰਦੀ ਆ, ਰਿਮਾਈਂਡਰ ਦਿੰਦੀ ਆ, ਯਾਦ ਕਰਾਉਂਦੀ ਆ ਸਾਰਿਆਂ ਨੂੰ। ਸੋ ਬਹੁਤ ਹੀ ਚੰਗੀ ਗੱਲ ਆ, ਅਤੇ ਇਟਸ ਅ ਪਲੈਜ਼ਰ ਟੂ ਹੈਵ ਯੂ ਔਨ ਏਅਰ ਟੂਡੇ ਮਨਜੀਤ। ਅਤੇ ਚੇਤਨਾ ਐਸੋਸੀਏਸ਼ਨ ਦੇ ਕਰਕੇ ਡਾਕਟਰ BR ਅੰਬੇਦਕਰ ਜੀ ਨੂੰ ਬਰਨਵੀ ਸਿਟੀ ਕਾਉਂਸਲ ਵੱਲੋਂ ਵੀ ਮਾਨਤਾ ਦਿੱਤੀ ਗਈ ਆ, ਅਤੇ ਹੋਰ ਵੀ ਕਈ ਥਾਵਾਂ ਤੋਂ ਮਾਨਤਾ ਜਿਹੜੀ ਮਿਲਦੀ ਹੈਗੀ ਆ, ਕਿਉਂਕਿ ਜਦੋਂ ਇੱਥੇ ਕਿਸੇ ਨੂੰ ਵੀ ਐਕਸਪਲੇਨ ਕੀਤਾ ਜਾਂਦਾ ਕਿ ਉਹਨਾਂ ਦੇ ਪੂਰਨੇ ਕੀ ਸੀ, ਉਹਨਾਂ ਪੂਰਨਿਆਂ 'ਤੇ ਜਦੋਂ ਚੱਲਣ ਦੀ ਗੱਲਬਾਤ ਹੁੰਦੀ ਆ, ਅਤੇ ਜਿਹੜੀਆਂ ਇੱਥੇ ਦੀਆਂ ਗਵਰਨਮੈਂਟਸ ਨੇ ਜਾਂ ਸਿਟੀਜ਼ ਨੇ, ਸਿਟੀ ਕਾਉਂਸਲਸ ਨੇ, ਉਹ ਵੀ ਬਹੁਤ ਅਪਰੀਸ਼ੀਏਟ ਕਰਦੀਆਂ, ਕਿਉਂਕਿ ਸਾਡੇ ਜਿਹੜੇ ਵਿਚਾਰ ਨੇ ਉਹਨਾਂ ਦੇ ਬਹੁਤ ਹੀ ਵਧੀਆ ਆ, ਜਿਹੜੇ ਕਿ ਅਸੀਂ ਅੱਜ ਕੱਲ੍ਹ ਭੁੱਲਦੇ ਜਾ ਰਹੇ ਹਾਂ। ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਰੱਖਿਆ, ਤਾਂ ਕਿ ਅਸੀਂ ਥੋੜ੍ਹੀ ਬਹੁਤ ਚਾਨਣਾ ਪਾ ਸਕੀਏ। ਅਤੇ ਇਸ ਦੇ ਨਾਲ ਹੀ ਹੁਣ ਅਗਰ ਅਸੀਂ ਗੱਲ ਕਰਦੇ ਹਾਂ ਚੇਤਨਾ ਸੁਸਾਇਟੀ ਦੀ, ਉਸ ਤੋਂ ਬਾਅਦ ਚੇਤਨਾ ਤੋਂ ਬਾਅਦ ਅਸੀਂ ਡਾਕਟਰ ਅੰਬੇਦਕਰ ਜੀ ਦੀ ਐਕਚੁਅਲੀ ਤਾਂ ਜਿਹੜੇ ਪੂਰਨਿਆਂ ਦੀ ਗੱਲ ਕਰਦੇ ਪਏ ਹਾਂ। ਸੋ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈਗਾ ਆ ਜਾਤ ਪਾਤ, ਕਾਸਟਿਜ਼ਮ। ਅਤੇ ਕਾਸਟਿਜ਼ਮ ਦੇ ਬਾਰੇ ਅੰਬੇਦਕਰ ਜੀ ਨੇ ਉਹਨਾਂ ਦਾ ਕੀ ਯੋਗਦਾਨ ਸੀ ਕਾਸਟਿਜ਼ਮ ਦੇ ਬਾਰੇ, ਕਿਉਂਕਿ ਭਾਰਤ ਦੇ ਵਿੱਚ ਜਾਤੀ ਪ੍ਰਥਾ ਜਿਹੜੀ ਆ ਮੰਨੀ ਜਾਂਦੀ ਆ,
ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਜਾਤਾਂ ਪਾਤਾਂ ਨੂੰ ਜਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਜਨਰੇਸ਼ਨਸ ਨੇ ਇੰਨਾ ਜ਼ਿਆਦਾ ਨਹੀਂ ਮੰਨਦੀਆਂ, ਪਰ ਫਿਰ ਵੀ ਭਾਰਤ ਦੇ ਵਿੱਚ ਜਿਹੜੀ ਜਾਤੀ ਪ੍ਰਥਾ ਆ ਇਸ ਨੂੰ ਬਹੁਤ ਮੰਨਿਆ ਜਾਂਦਾ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਵਿਚਾਰ ਕੀ ਨੇ? ਓਕੇ, ਥੈਂਕ ਯੂ ਕਮਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਕਿ ਬਹੁਤ ਹੀ ਵਧੀਆ ਟੌਪਿਕ ਤੁਸੀਂ ਚੁਣਿਆ ਹੈਗਾ। ਇਹ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈਗਾ ਜਿਹਦੇ ਬਾਰੇ ਗੱਲ ਹੋਣੀ ਹੀ ਚਾਹੀਦੀ ਹੈ, ਕਿਉਂਕਿ ਅਸੀਂ ਇੰਡੀਆ 'ਚ, ਅਸੀਂ ਭਾਰਤ ਵਿੱਚ ਕਾਸਟਿਜ਼ਮ ਜਾਂ ਅਸੀਂ ਜਾਤੀਵਾਦ ਤਾਂ ਕਰਦੇ ਹਾਂ, ਸਾਰੇ ਹੀ ਕਰਦੇ ਹਾਂ, ਸਾਰੇ ਹੀ ਕਰਦੇ ਹਾਂ, ਇਨਕਲੂਡਿੰਗ ਮੀ, ਸਾਰੇ ਹੀ ਕਰਦੇ ਹੋਵਾਂਗੇ, ਕਿਤੇ ਨਾ ਕਿਤੇ ਕੀਤੀ ਹੋਵੇਗੀ, ਪਰ ਅਸੀਂ ਗੱਲ ਕਰਨ ਤੋਂ ਕਤਰਾਉਂਦੇ ਹਾਂ। ਮੈਨੂੰ ਕਈ ਵਾਰ ਇਹ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਉਹ ਚੀਜ਼ ਕਰ ਰਹੇ ਹੋ, ਤੁਸੀਂ ਉਹਦੇ ਬਾਰੇ ਡਿਸਕਸ਼ਨ ਕਿਉਂ ਨਹੀਂ ਕਰਨਾ ਚਾਹੁੰਦੇ। ਹੋਰ ਸੋਸ਼ਲ ਮੀਡੀਆ ਤੇ ਡਿਸਕਸ਼ਨਸ ਹੋਣਗੀਆਂ, ਲਾਈਵ ਟੈਲੀਕਾਸਟ ਹੋਏਗਾ, ਡਿਬੇਟਸ ਹੋਣਗੀਆਂ, ਪਰ ਕਾਸਟਿਜ਼ਮ ਤੇ ਕਦੇ ਡਿਬੇਟ ਨਹੀਂ ਹੁੰਦੀ। ਸੋ ਇਹ ਬਹੁਤ ਹੀ ਵਧੀਆ ਵਿਸ਼ਾ ਹੈ, ਇਸ ਤੇ ਡਿਸਕਸ਼ਨ ਹੋਣੀ ਹੀ ਚਾਹੀਦੀ ਹੈਗੀ ਆ, ਕਿਉਂਕਿ ਕਾਸਟਿਜ਼ਮ ਇੱਕ ਇਹੋ ਜਿਹੀ ਚੀਜ਼ ਹੈ ਕਿ ਸਦੀਆਂ ਤੋਂ ਜੋ ਬ੍ਰਾਹਮਣਵਾਦ ਦੀ ਵਿਵਸਥਾ ਦੇ ਅਧੀਨ ਜਾਤੀ ਪ੍ਰਥਾ ਚੱਲ ਰਹੀ ਹੈ, ਉਹਦੇ ਵਿੱਚ ਅਸੀਂ ਜੀ ਰਹੇ ਹਾਂ। ਅਸੀਂ ਉਹਦੇ 'ਚ ਹੀ ਜਨਮ ਲੈਂਦੇ ਹਾਂ, ਉਹਦੇ 'ਚ ਹੀ ਮਰ ਜਾਂਦੇ ਹਾਂ, ਆਪਣੀ ਸੋ ਕਾਲਡ ਜਾਤੀ ਵਿੱਚ ਜੰਮਦੇ ਹਾਂ, ਆਪਣੀ ਸੋ ਕਾਲਡ ਜਾਤੀ ਵਿੱਚ ਹੀ ਮਰ ਜਾਂਦੇ ਹਾਂ, ਪਰ ਅਸੀਂ ਇਹਦੇ ਬਾਰੇ ਗੱਲ ਨਹੀਂ ਕਰਦੇ। ਤੇ ਅਸੀਂ ਆਪਣੇ ਆਪ 'ਚ ਮਾਣ ਮਹਿਸੂਸ ਕਰਦੇ ਰਹਿੰਦੇ ਹਾਂ ਕਿ ਚਲੋ ਕੋਈ ਮੇਰੇ ਨਾਲ ਛੋਟਾ ਹੈ। ਇਹ ਜਾਤੀ ਪਾਤੀ ਵੀ ਇਸ ਤਰ੍ਹਾਂ ਹੈ ਕਿ ਇੱਕ ਉੱਪਰ ਹੈ, ਇੱਕ ਥੋੜਾ ਥੱਲੇ ਹੈ, ਇੱਕ ਉਸ ਤੋਂ ਥੱਲੇ ਹੈ, ਇੱਕ ਉਸ ਤੋਂ ਥੱਲੇ। ਅਸੀਂ ਆਪਣੀ ਮਾਣ 'ਚ ਹੀ ਉਹਦੇ 'ਚ ਹੀ ਰਹਿੰਦੇ ਹਾਂ ਕਿ ਚਲੋ ਕੋਈ ਸਾਡੇ ਨਾਲੋਂ ਨੀਚੇ ਹੈਗਾ ਆ। ਤੇ ਇਸ ਕਰਕੇ ਇਹਦੇ ਬਾਰੇ ਤਾਂ ਗੱਲਬਾਤ ਕਰਨੀ ਬਹੁਤ ਜ਼ਰੂਰੀ ਬਣਦੀ ਹੈ। ਜੇਕਰ ਅਸੀਂ ਆਪਣੇ ਇੰਡੀਆ ਦੀ ਪਿਛੋਕੜ ਬਾਰੇ ਦੇਖੀਏ ਥੋੜਾ ਜਿਹਾ, ਤੇ ਇਹ ਫੈਕਚੁਅਲ ਹੈ ਕਿ ਬ੍ਰਾਹਮਣਵਾਦੀ ਵਿਵਸਥਾ ਦੇ ਅਧੀਨ ਸਾਡੇ ਸਮਾਜ ਨੂੰ 4 ਹਿੱਸਿਆਂ 'ਚ ਵੰਡਿਆ ਗਿਆ, ਜਿਹਦੇ ਵਿੱਚ ਸਭ ਤੋਂ ਟੌਪ ਤੇ ਬ੍ਰਾਹਮਣ, ਫਿਰ ਕਸ਼ੱਤਰੀਏ, ਫਿਰ ਵੈਸ਼, ਤੇ ਬਾਕੀ ਸਾਰੇ ਹੀ ਉਹਨਾਂ ਦੀ ਸੇਵਾ ਕਰਨ ਵਾਸਤੇ ਸ਼ੂਦਰਜ। ਪਰ ਉਹਨਾਂ ਨੇ ਕੀ ਕੀਤਾ ਕਿ ਇੱਕ ਹੋਰ ਵੀ ਇੱਕ ਵਰਨ ਰੱਖਿਆ ਜਿਹਨੂੰ ਉਹਨਾਂ ਨੇ ਕਾਸਟ ਵਿੱਚ ਲਿਆ ਹੀ ਨਹੀਂ, ਕਿ ਇਹਨਾਂ ਦੀ ਕੋਈ ਕਾਸਟ ਹੀ ਨਹੀਂ ਹੈ। ਇਹ ਜਿਹੜਾ ਹੈਗਾ, ਇਸ ਨੂੰ ਇੱਕ ਵੱਖਰਾ ਹੀ ਉਹਨਾਂ ਨੇ ਜਾਨਵਰਾਂ ਦੇ ਬਰਾਬਰ ਰੱਖਿਆ, ਉਹਨੂੰ ਕਹਿੰਦੇ ਹੈਗੇ ਅਛੂਤ, ਅਨਟਚੇਬਲਸ। ਸੋ ਇਹ ਦੇਖ ਕੇ ਮਨ ਬੜਾ ਹੀ ਦੁਖੀ ਹੁੰਦਾ ਹੈ ਕਿ ਅਸੀਂ ਸਾਰੇ ਹੀ ਕੁਦਰਤ ਦੇ ਬੰਦੇ ਹਾਂ, ਸਾਰੇ ਹੀ ਸੇਮ ਹਾਂ, ਤੇ ਫਿਰ ਇਹ ਜਾਤਾਂ ਪਾਤਾਂ ਇਸ ਬ੍ਰਾਹਮਣਵਾਦੀ ਢਾਂਚੇ ਦੇ ਅਧੀਨ ਕਿਉਂ ਸਾਡੇ ਤੇ ਥੋਪੀਆਂ ਗਈਆਂ। ਅਸੀਂ ਕਿਉਂ ਆਪਣੇ ਆਪ ਨੂੰ ਸੋ ਕਾਲ ਜਾਤਾਂ ਦੇ ਵਿੱਚ ਵੰਡੇ ਪਏ ਹਾਂ। ਇਹ ਕਦੇ ਕਿਸੇ ਨੇ ਸੋਚਿਆ? ਦੋਸਤੋ, ਤੁਸੀਂ ਕਦੇ ਸੋਚਿਆ ਕਿ ਇਹ ਸਮਾਨਤਾ ਕਿਉਂ ਹੈ? ਇਹਦੇ ਬਾਰੇ ਕਿਉਂ ਗੱਲ ਸਾਨੂੰ ਕਰਨੀ ਚਾਹੀਦੀ ਹੈ? ਤੇ ਅੱਜ ਤਾਂ ਮੈਂ ਇਹੀ ਕਹਾਂਗੀ ਕਿ ਥੈਂਕ ਯੂ ਕਮਲ, ਤੁਸੀਂ ਇਹ ਸੋਚਿਆ, ਤੁਸੀਂ ਇਹਦੇ ਬਾਰੇ ਗੱਲ ਕੀਤੀ। ਜੇ ਅਸੀਂ ਗੱਲ ਕਰਾਂਗੇ ਤਾਂ ਹੀ ਇਹਦੇ ਬਾਰੇ ਕੋਈ ਅਸੀਂ ਸੋਲੂਸ਼ਨ ਲੱਭ ਸਕਾਂਗੇ। ਥੈਂਕ ਯੂ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਡਾਕਟਰ ਅੰਬੇਦਕਰ ਜੀ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਾਸਟਲੈਸ ਸੁਸਾਇਟੀ ਨੂੰ ਬਣਾਉਣ ਦੇ ਵਿੱਚ, ਜਾਂ ਇਸ ਦੇ ਬਾਰੇ ਲਿਖਣ ਬੋਲਣ ਦੇ ਵਿੱਚ। ਉਸ ਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਉਹਨਾਂ ਦੇ ਟੀਚਿਆਂ ਦੇ ਬਾਰੇ ਜ਼ਰੂਰ ਦੱਸੋ। ਥੈਂਕ ਯੂ ਕਮਲ ਜੀ, ਬਹੁਤ ਹੀ ਵਧੀਆ ਕੁਐਸਚਨ। ਕਿਉਂਕਿ ਜਦੋਂ ਭਾਰਤ ਦੀ ਗੱਲ ਆਉਂਦੀ ਹੈ, ਹਜੇ ਤੱਕ ਕਾਸਟ ਸਿਸਟਮ ਤੱਕ ਤੁਸੀਂ ਨਹੀਂ ਜਾਓ, ਸਿਰਫ ਭਾਰਤ ਦੀ ਗੱਲ ਆਉਂਦੀ ਹੈ ਤਾਂ ਬਾਬਾ ਸਾਹਿਬ ਜੀ ਦਾ ਨਾਮ ਆਟੋਮੈਟਿਕਲੀ ਆ ਜਾਂਦਾ ਹੈ, ਕਿਉਂਕਿ ਬਾਬਾ ਸਾਹਿਬ ਜੀ ਨੇ ਸਾਰੇ ਭਾਰਤ ਦਾ ਸੰਵਿਧਾਨ ਲਿਖਿਆ। ਤੇ ਜਦੋਂ ਅਸੀਂ ਕਾਸਟ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਜੀ ਨੇ ਉਹ ਸਾਰਾ ਕੁਝ ਆਪਣੇ ਤੇ ਹੰਢਾਇਆ। ਐਵਰੀ ਸਿੰਗਲ ਥਿੰਗ, ਡਿਸਕ੍ਰਿਮੀਨੇਸ਼ਨ, ਜੋ ਵੀ ਉਹਨਾਂ ਨਾਲ ਹੋਇਆ, ਉਹਨਾਂ ਨੇ ਆਪਣੇ ਜੀਵਨ ਵਿੱਚ ਉਹ ਸਾਰਾ ਕੁਝ ਹੰਢਾਇਆ ਤੇ ਉਹਨਾਂ ਨੇ ਉਸ ਲਈ ਸਟੈਂਡ ਕੀਤਾ। ਉਹਨਾਂ ਨੇ ਜੋ ਆਪਣਾ ਸੰਵਿਧਾਨ ਲਿਖਿਆ ਭਾਰਤ ਦਾ, ਉਹਦਾ ਪ੍ਰੀਐਂਬਲ, ਉਹਦਾ ਪਹਿਲਾ ਪੇਜ ਹੀ ਹੈ ਕਿ ਇਸ ਬੇਸਡ ਔਨ ਫੈਟਰਨਿਟੀ, ਬਰਾਬਰਤਾ, ਭਾਈਚਾਰਾ, ਜਸਟਿਸ, ਇਕੁਐਲਿਟੀ ਐਂਡ ਲਿਬਰਟੀ। ਦੇਖੋ, ਤੁਸੀਂ ਆਪ ਹੀ ਸੋਚ ਲਓ ਕਿ ਜਦੋਂ ਸੰਵਿਧਾਨ ਦਾ ਪ੍ਰੀਐਂਬਲ, ਪਹਿਲਾ ਪੇਜ ਹੀ ਤੁਹਾਨੂੰ ਇਹ ਦੱਸ ਰਿਹਾ ਹੈ, ਤੇ ਸੰਵਿਧਾਨ ਦੇ ਅੰਦਰ ਕੀ ਹੋਏਗਾ। ਉਹਨਾਂ ਨੇ ਜੋ ਵੀ ਲੋਕ ਪਛੜੇ ਹੋਏ ਸਨ ਜਾਂ ਪਛਾੜੇ ਹੋਏ ਸਨ, ਗਰੀਬ ਸਨ, ਮਾਈਨੋਰਟੀਜ਼ ਸਨ, ਸਾਰੇ ਹੀ ਜੋ ਔਰਤਾਂ ਸਨ, ਸਾਰੇ ਹੀ ਸਾਰਿਆਂ ਨੂੰ ਹੀ ਇਸ ਸੰਵਿਧਾਨ ਦੇ ਅੰਦਰ ਬਰਾਬਰਤਾ ਦਾ ਹੱਕ ਦਿੱਤਾ। ਐਵਰੀਬਾਡੀ ਇਕੁਅਲ। ਸੋ ਸਾਰਿਆਂ ਨੂੰ ਉਹਨਾਂ ਨੇ ਇੱਕ ਕਰ ਦਿੱਤਾ। ਉਹਨਾਂ ਨੇ ਤਾਂ ਬਾਬਾ ਸਾਹਿਬ ਜੀ ਕਹਿੰਦੇ ਹਨ, ਉਹਨਾਂ ਮੁਤਾਬਕ ਮੈਂ ਅੱਜ ਜਿਹੜੀਆਂ ਗੱਲਾਂ ਕਰਾਂਗੀ ਉਹਨਾਂ ਮੁਤਾਬਕ ਹੀ ਕਰਾਂਗੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣਾ ਸਮਾਜਿਕ ਢਾਂਚਾ ਨਹੀਂ ਬਦਲ ਸਕਦੇ, ਤਰੱਕੀ ਨਹੀਂ ਕਰ ਸਕਦੇ, ਜਾਤ ਪਾਤ ਦੀਆਂ ਨੀਹਾਂ ਤੇ ਤੁਸੀਂ ਉਸਰ ਨਹੀਂ ਸਕਦੇ, ਨਾ ਹੀ ਕੁਝ ਉਸਾਰ ਸਕਦੇ ਹੋ। ਅਸੀਂ ਜੇ ਕੋਈ ਸਮਾਜ ਨਹੀਂ ਉਸਾਰ ਸਕਦੇ ਜਾਂ ਨੈਤਿਕਤਾ ਨਹੀਂ ਉਸਾਰ ਸਕਦੇ ਤਾਂ ਉਹ ਜਾਤ ਪਾਤ ਹੈ, ਉਸ ਦੀਆਂ ਨੀਹਾਂ ਤੇ ਨਹੀਂ ਉਸਾਰ ਸਕਦੇ। ਸਾਨੂੰ
ਕੋਈ ਵੀ ਉਸਾਰਨ ਲਈ ਇਸ ਜਾਤ ਪਾਤ ਨੂੰ ਤੋੜਨਾ ਪਵੇਗਾ, ਨਹੀਂ ਤਾਂ ਜੋ ਵੀ ਚੀਜ਼ ਤੁਸੀਂ ਉਸਾਰੋਗੇ ਜਾਤ ਪਾਤ ਤੇ ਉਹ ਟੁੱਟ ਜਾਏਗੀ। ਸੋ ਬਾਬਾ ਸਾਹਿਬ ਜੀ ਦੀ ਬਹੁਤ ਹੀ ਦੇਣ ਹੈ ਇਸ ਚੀਜ਼ ਨੂੰ ਤੋੜਨ ਲਈ। ਪਰ ਹੁਣ ਸਾਨੂੰ ਇਹ ਹੈ ਕਿ ਉਸ ਸੰਵਿਧਾਨ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ ਦੇਸ਼ ਵਿੱਚ, ਉਹ ਜਿਹੜਾ ਹੈਗਾ ਜਿਨ੍ਹਾਂ ਦੇ ਹੱਥ ਵਿੱਚ ਅੱਜ ਕੱਲ੍ਹ ਹੈ ਉਹਨਾਂ ਤੇ ਡਿਪੈਂਡ ਕਰਦਾ ਹੈ। ਪਰ ਸੰਵਿਧਾਨ ਵਿੱਚ ਕੁਝ ਵੀ ਗਲਤ ਨਹੀਂ ਹੈ, ਸਾਰਿਆਂ ਨੂੰ ਇਕੁਅਲ ਬਰਾਬਰਤਾ, ਸਾਰਿਆਂ ਨੂੰ ਹੀ ਸੰਵਿਧਾਨ 'ਚ ਸਾਰੇ ਹੱਕ ਮਿਲੇ ਹੋਏ ਹਨ। ਕੋਈ ਵੀ ਇਨਸਾਨ ਆ ਮਾਂ ਦੇ ਪੇਟ ਦੇ ਵਿੱਚੋਂ ਜਾਤ ਪਾਤ ਲੈ ਕੇ ਨਹੀਂ ਆਉਂਦਾ। ਜੋ ਵੀ ਮਾਂ-ਬਾਪ ਦੀ ਜਾਤ ਪਾਤ ਹੁੰਦੀ ਹੈ ਉਸ ਦੀ ਮੰਨ ਲਈ ਜਾਂਦੀ ਆ। ਤੇ ਸੋਸ਼ਲ ਡਿਵੀਜ਼ਨ ਜਿਹੜੀ ਆ ਲੋਕਾਂ ਦੀ ਜਾਤ ਪਾਤ ਦੇ ਕਾਸਟਿਜ਼ਮ ਦੇ ਨਾਂ ਦੇ ਉੱਤੇ ਕੀਤੀ ਜਾਂਦੀ ਆ, ਸ਼ੁਰੂ ਤੋਂ ਹੁੰਦੀ ਆਈ ਆ, ਪੁਰਾਣੇ ਸਮੇਂ ਤੋਂ ਹੁੰਦੀ ਆਈ ਆ। ਪਰ ਹੁਣ ਇੱਕ ਇਹੋ ਜਿਹਾ ਸਮਾਂ ਆ ਗਿਆ, ਇਹਦੇ ਵਿੱਚ ਮੋੜ ਆ ਰਿਹਾ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਸਮਾਂ ਬਦਲ ਰਿਹਾ, ਖਾਸ ਕਰਕੇ ਜਿਹੜੇ ਲੋਕ ਹੁਣ ਅਸੀਂ ਬਾਹਰਲੀ ਕੰਟਰੀਜ਼ ਦੇ ਵਿੱਚ ਰਹਿ ਰਹੇ ਹਾਂ, ਇੰਡੀਆ ਜਾਂ ਪਾਕਿਸਤਾਨ, ਇਹਨਾਂ ਦੇਸ਼ਾਂ ਨੂੰ ਛੱਡ ਚੁੱਕੇ ਹਾਂ। ਗੱਲ ਅਸੀਂ ਭਾਰਤ 'ਤੇ ਚਲੋ ਕੇਂਦਰਿਤ ਰੱਖਦੇ ਹਾਂ, ਹਾਲਾਂਕਿ ਜਾਤਾਂ ਪਾਤਾਂ ਦਾ ਪਾਕਿਸਤਾਨ ਵਿੱਚ ਵੀ ਹੈਗਾ। ਸੋ ਭਾਰਤ ਦੇ ਵਿੱਚੋਂ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ, ਬਹੁਤ ਸਾਰੇ ਲੋਕ ਆ ਕਾਸਟਿਜ਼ਮ ਨੂੰ ਜਿਹੜਾ ਕਾਫੀ ਪਿੱਛੇ ਛੱਡ ਰਹੇ ਨੇ। ਪਰ ਬਹੁਤ ਸਾਰੇ ਨੇ ਜਿਨ੍ਹਾਂ ਨੇ ਕਾਸਟਿਜ਼ਮ ਜਾਤ ਪਾਤ ਹੀ ਨਹੀਂ, ਤੇ ਨਾਲ ਆਪਣੇ ਮਾਝੇ ਆ, ਅਸੀਂ ਮਝਈ ਆ, ਅਸੀਂ ਮਲਵਈ ਆ, ਅਸੀਂ ਦੁਆਬੀਏ ਆ, ਇਹ ਵੀ ਨਾਲ ਲਿਆਂਦਾ ਹੋਇਆ। ਜਦੋਂ ਇੰਡੀਆ ਰਹਿੰਦੇ ਸੀ ਆਪਾਂ ਇਹਨਾਂ ਗੱਲਾਂ ਦਾ ਸਾਨੂੰ ਪਤਾ ਨਹੀਂ ਸੀ ਹੁੰਦਾ, ਪਰ ਸਾਨੂੰ ਹੁਣ ਗਾਂ ਪਤਾ ਲੱਗਦਾ ਬਹੁਤ ਕੁਛ ਕਿ ਅਸੀਂ ਕਈ ਤਰ੍ਹਾਂ ਇਸ ਸੁਸਾਇਟੀ ਦੇ ਵਿੱਚ ਵੰਡੇ ਹੋਏ ਆ। ਤੇ ਜਿਹੜੀ ਜਾਤੀ ਪ੍ਰਥਾ ਆ, ਇਹਦਾ ਤੁਸੀਂ ਔਰਤ ਦੇ ਜਿਹੜਾ ਔਰਤ ਤੇ ਇਸ ਸਮਾਜ ਦੇ ਵਿੱਚ ਔਰਤ ਤੇ ਕੀ ਪ੍ਰਭਾਵ ਆ, ਇਹਦੇ ਬਾਰੇ ਜ਼ਰੂਰ ਥੋੜੀਆਂ ਬਹੁਤੀਆਂ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰੋ। ਓਕੇ ਜੀ, ਕਿਉਂਕਿ ਤੁਹਾਡੇ ਕੁਐਸਚਨ ਜੀ ਪਹਿਲਾਂ ਤੁਹਾਡਾ ਨਾਮ ਗੱਲ ਕਰਾਂਗੀ। ਤੁਹਾਡੀ ਆਵਾਜ਼ ਥੋੜੀ ਜਿਹੀ। ਹਾਂਜੀ, ਹੈਲੋ ਹੈਲੋ ਹੈਡ ਸੈਮ ਜੀ। ਹਾਂਜੀ ਜੀ ਹਾਂਜੀ ਅਮਨ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਜਿਹੜੀ ਜਾਤਾਂ ਪਾਤਾਂ ਕੱਲੀਆਂ ਇੰਡੀਆ ਵਿੱਚ ਨਹੀਂ, ਹੁਣ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਇੰਡੀਆ ਦੀ ਯੂਨੀਕਨੈਸ ਦੇਖਦੇ ਹਾਂ ਕਿਹੜੀ ਚੀਜ਼ 'ਚ ਹੈਗੀ ਆ, ਤੇ ਉਹ ਸਭ ਪਹਿਲਾਂ ਇਹ ਨਹੀਂ ਆਉਂਦਾ ਹੈਗਾ ਕਿ ਇੰਡੀਆ 'ਚ ਤਾਜ ਮਹਿਲ ਬਣਿਆ ਹੋਇਆ ਹੈ। ਇੰਡੀਆ ਦੀ ਯੂਨੀਕਨੈਸ ਦੀ ਗੱਲ ਕਰਦੇ ਇੱਕਦਮ ਕਾਸਟ ਸਿਸਟਮ ਆ ਜਾਂਦਾ ਹੈ। ਜਦੋਂ ਅਸੀਂ ਆਪਣੇ ਫਰੈਂਡ ਸਰਕਲ 'ਚ ਕੰਮ ਕਰਦੇ ਹਾਂ, ਫਰੈਂਡ ਸਰਕਲ ਮੇਰੇ ਆਪਣੇ ਫਰੈਂਡ ਸਰਕਲ 'ਚ ਉਹ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਕਾਸਟਿਜ਼ਮ ਹੈਗਾ ਇੰਡੀਆ 'ਚ। ਤੇ ਮੇਰਾ ਮਤਲਬ ਕਹਿੰਦਾ ਕਿ ਤੁਸੀਂ ਗੱਲ ਕਰਦੇ ਸੀ ਪਾਕਿਸਤਾਨ ਵਿੱਚ ਕਾਸਟ ਵੀ ਹੈ। ਸੋ ਜਿੱਥੇ ਜਿੱਥੇ ਭਾਰਤੀ ਚਲੇ ਗਏ ਹਨ, ਉੱਥੇ ਉੱਥੇ ਕਾਸਟ ਵੀ ਨਾਲ ਨਾਲ ਚਲੇ ਗਈ ਹੈ। ਇਸ ਕਰਕੇ ਇਹ ਇੰਟਰਨੈਸ਼ਨਲ ਵਿਸ਼ਾ ਹੋ ਗਿਆ ਹੁਣ। ਤੇ ਇਹ ਬਾਬਾ ਸਾਹਿਬ ਜੀ ਆਪਣੀ ਬੁੱਕ 'ਚ ਵੀ ਕਹਿ ਗਏ ਹਨ ਕਿ ਇਸਨੇ ਭਾਰਤ ਤੱਕ ਸੀਮਿਤ ਨਹੀਂ ਰਹਿਣਾ। ਜਿੱਥੇ ਜਿੱਥੇ ਵੀ ਬ੍ਰਾਹਮਣਵਾਦ ਜਾਏਗਾ, ਉਹ ਸੋਚ ਜਾਏਗੀ, ਇਹ ਕਾਸਟਿਜ਼ਮ ਜਿਹੜਾ ਹੈਗਾ ਉੱਥੇ ਉੱਥੇ ਚਲੇ ਜਾਏਗਾ। ਬਾਕੀ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਔਰਤ ਦੇ ਬਾਰੇ ਬਾਬਾ ਸਾਹਿਬ ਜੀ ਦੇ ਕੀ ਵਿਚਾਰ ਹਨ। ਇਹ ਤੁਹਾਡਾ ਬਹੁਤ ਹੀ ਵਧੀਆ ਕੁਐਸਚਨ ਹੈ, ਤੇ ਤਾਂ ਮੈਨੂੰ ਆਪਣੇ ਆਪ ਨੂੰ ਵੀ ਬਹੁਤ ਪਰਸਨਲ ਲੱਗਦਾ, ਕਿਉਂਕਿ ਮੈਂ ਔਰਤ ਹਾਂ, ਤੁਸੀਂ ਔਰਤ ਹੋ। ਅੱਜ ਅਸੀਂ ਦੋਨੇ ਬੈਠੇ ਗੱਲਬਾਤ ਵੀ ਕਰ ਰਹੇ ਹਾਂ, ਆਪਾਂ ਸਰੋਤਿਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ, ਤੇ ਇਹ ਜੋ ਵੀ ਸੰਭਵ ਹੋ ਸਕਿਆ ਹੈਗਾ ਇਹ ਬਾਬਾ ਸਾਹਿਬ ਜੀ ਦੀ ਹੀ ਬਦੌਲਤ ਹੈ। ਮੈਂ ਤਾਂ ਪਰਸਨਲੀ ਇਹੀ ਸੋਚਦੀ ਹੈਗੀ ਹਾਂ, ਕਿਉਂਕਿ ਜੇ ਅਸੀਂ ਬਹੁਤ ਹੀ ਪਿਛੋਕੜ ਦੇਖੀਏ ਆਪਣਾ ਔਰਤਾਂ ਦਾ, ਫਿਰ ਬਾਰ-ਬਾਰ ਆਪਾਂ ਨੂੰ ਜਦੋਂ ਪਿਛੋਕੜ ਦੇਖਦੇ ਹਾਂ ਤਾਂ ਫੈਕਚੁਅਲ ਗੱਲਾਂ ਕਰਨੀਆਂ ਪੈਂਦੀਆਂ ਹੈਗੀਆਂ, ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ। ਜਦੋਂ ਅਸੀਂ ਆਪਣਾ ਪਿਛੋਕੜ ਦੇਖਦੇ ਹਾਂ ਤੇ ਔਰਤ ਦੀ ਕੀ ਸਥਿਤੀ ਸੀ ਉਸ ਹਿੰਦੂਵਾਦ ਸਮਾਜ ਵਿੱਚ ਜਾਂ ਮਨੁਵਾਦ ਸਮਾਜ ਵਿੱਚ, ਔਰਤ ਨੂੰ ਪਤੀ ਦੇ ਨਾਲ ਜਲਾ ਦਿੱਤਾ ਜਾਂਦਾ ਸੀ, ਸਤੀ ਪ੍ਰਥਾ ਸੀ। ਔਰਤ ਦੀ ਘਰ ਵਾਲੇ ਦੀ ਡੈਥ ਹੋਣ ਤੋਂ ਬਾਅਦ ਉਹ ਜਦੋਂ ਵਿਧਵਾ ਹੋ ਜਾਂਦੀ ਸੀ, ਉਸਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਸੀ ਕਿ ਉਹਦੇ ਵਿੱਚ ਕੋਈ ਇੱਦਾਂ ਦੀ ਚਾਹ ਵੀ ਪੈਦਾ ਨਾ ਹੋ ਸਕੇ ਕਿ ਉਹ ਦੁਬਾਰਾ ਮੈਰਿਜ ਕਰ ਸਕੇ, ਤੇ ਜਾਂ ਫਿਰ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਸੀ। ਇਹ ਸਾਰਾ ਔਰਤ ਦਾ ਸੀ। ਦੇਖੋ ਜਦੋਂ ਇਹ ਚੀਜ਼ਾਂ ਹੋ ਰਹੀਆਂ ਸੀ, ਬਾਕੀ ਤੁਸੀਂ ਕੀ ਸੋਚ ਸਕਦੇ ਹੋ ਕਿ ਔਰਤ ਕੁਝ ਬੋਲ ਸਕਦੀ ਹੋਵੇ, ਆਪਣੇ ਲਈ ਖੜ ਸਕਦੀ ਹੋਵੇ। ਤੇ ਬਾਬਾ ਸਾਹਿਬ ਜੀ ਨੇ ਔਰਤ ਨੂੰ ਸੰਵਿਧਾਨ ਦੇ ਵਿੱਚ ਬਰਾਬਰਤਾ ਦਾ ਹੱਕ, ਉਹਨਾਂ ਨੂੰ ਇਨਸਾਨ ਬਣਾਇਆ, ਬਰਾਬਰਤਾ ਦਾ ਹੱਕ ਲੈ ਕੇ ਦਿੱਤਾ, ਵੋਟ ਪਾਉਣ ਦਾ ਹੱਕ, ਸੋਚਣ ਦਾ ਹੱਕ, ਸੇਮ ਪਹਿਨਣ ਦਾ ਹੱਕ, ਤੇ ਉਹਨਾਂ ਨੂੰ ਜ਼ਮੀਨ ਲੈਣ ਦਾ ਹੱਕ, ਤੇ ਉਹਨਾਂ ਨੂੰ ਜੇ ਕੋਈ ਇਨਵਾਇਰਮੈਂਟ ਠੀਕ ਨਹੀਂ ਹੈਗਾ, ਚਾਹੇ ਉਹ ਤੁਹਾਡੇ ਮੈਰਿਟਲ ਰਿਲੇਸ਼ਨਸ ਹੈਗੇ, ਉਸ ਤੋਂ ਬਾਹਰ ਨਿਕਲਣ ਦਾ ਹੱਕ, ਡਿਵੋਰਸ ਲੈਣ ਦਾ ਹੱਕ ਲੈ ਕੇ ਦਿੱਤਾ। ਤੇ ਉਹਨਾਂ ਨੇ ਆਲਸੋ ਇਹ ਜਿਹੜੇ 3 ਤੁਹਾਨੂੰ ਮੈਂ ਦਿਖਾਏ ਸੀ ਕਿ ਸਤੀ ਪ੍ਰਥਾ ਸੀ, ਵਿਧਵਾ ਦਾ ਵਿਆਹ ਨਹੀਂ ਹੋ ਸਕਦਾ, ਜਾਂ ਬੱਚੀਆਂ ਦੇ ਵਿਆਹ ਕਰਨੇ, ਇਹਨਾਂ ਦੇ ਖਿਲਾਫ
ਕਾਨੂੰਨ ਜਿਹੜਾ ਹੈਗਾ ਉਹਨਾਂ ਨੇ ਸੰਵਿਧਾਨ 'ਚ ਇਹਨਾਂ ਦੇ ਅਗੇਂਸਟ ਕਾਨੂੰਨ ਬਣਾਇਆ। ਤੇ ਮੈਂ ਤਾਂ ਬਾਬਾ ਸਾਹਿਬ ਜੀ ਦੀ ਹੀ ਅਨੁਯਾਈ ਹਾਂ ਤੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਆਪਣੇ ਇੰਡੀਆ ਦੀ ਪ੍ਰਧਾਨ ਮੰਤਰੀ ਇਸਤਰੀ ਬਣ ਸਕੀ ਹੈ, ਉਹ ਵੀ ਬਾਬਾ ਸਾਹਿਬ ਜੀ ਦੀ ਬਦੌਲਤ ਹੈ, ਉਹਨਾਂ ਦੇ ਸੰਵਿਧਾਨ ਦੀ ਬਦੌਲਤ ਹੈ ਜੋ ਸਾਨੂੰ ਉਹਨਾਂ ਨੇ ਹੱਕ ਲੈ ਕੇ ਦਿੱਤੇ। ਮੈਂ ਤਾਂ ਉਹਨਾਂ ਲਈ ਇੱਕੋ ਹੀ ਗੱਲ ਕਹਾਂਗੀ ਕਿ ਇੱਕ ਜੀਵਨ ਵਿੱਚ ਕੋਈ ਇੱਕ ਜਣਾ ਇੰਨੇ ਧੋਣੇ ਨਹੀਂ ਧੋ ਸਕਦਾ, ਕਿਸੇ ਬਾਬਾ ਸਾਹਿਬ ਜੀ ਵਰਗਾ ਕੀ ਬਣਨਾ, ਲਾਗੇ ਵੀ ਨਹੀਂ ਖਲੋ ਸਕਦਾ। ਮੇਰੀ ਤਾਂ ਇਹੀ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਹੈ ਐਜ਼ ਅ ਵੂਮਨ, that he did a lot for us, for all of us. Thank you so much, Kamal. ਅੰਬੇਦਕਰ ਜੀ ਨੇ ਡਾਕਟਰ ਅੰਬੇਦਕਰ ਜੀ ਨੇ ਬਹੁਤ ਹੀ ਵੱਡਾ ਕਦਮ ਲਿਆ ਸੀ ਜਦੋਂ ਔਰਤਾਂ ਨੂੰ ਬਰਾਬਰਤਾ ਸੰਵਿਧਾਨ ਦੇ ਵਿੱਚ ਦੇਣ ਦੀ ਗੱਲ ਸ਼ੁਰੂ ਦੇ ਵਿੱਚ ਹੀ ਕਰ ਦਿੱਤੀ। ਪਰ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਸੰਵਿਧਾਨ ਦੇ ਵਿੱਚ ਇਹ ਸਭ ਕੁਝ ਲਿਖੇ ਹੋਏ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਇਹ ਸਭ ਗੱਲਾਂ ਫਿਰ ਵੀ ਹੋਈ ਜਾ ਰਹੀਆਂ ਨੇ। ਜਾਤਾਂ ਪਾਤਾਂ ਨੂੰ ਮੰਨਿਆ ਜਾ ਰਿਹਾ, ਕਾਸਟਿਜ਼ਮ ਨੂੰ ਮੰਨਿਆ ਜਾ ਰਿਹਾ, ਔਰਤਾਂ ਮਰਦਾਂ ਦੇ ਵਿੱਚ ਭੇਦਭਾਵ ਕੀਤਾ ਜਾ ਰਿਹਾ। ਤੇ ਇਹ ਗੱਲਾਂ ਡਿਸਕਸ਼ਨਸ ਤਾਂ ਵੈਸੇ ਮਨਜੀਤ ਜੀ ਬਹੁਤ ਜ਼ਿਆਦਾ ਲੰਬੀਆਂ ਨੇ। ਅਗਰ ਅਸੀਂ ਇੱਕ ਟੌਪਿਕ ਨੂੰ ਲਈਏ, ਇੱਕ ਗੱਲ ਨੂੰ ਲਈਏ ਤੇ ਉਹਦੇ ਤੇ ਘੰਟਿਆਂ ਵੱਧੀ ਗੱਲਬਾਤ ਕਰ ਸਕਦੇ ਹਾਂ, ਪਰ ਸਮਾਂ ਜਿਹੜਾ ਉਨਾ ਕੀ ਹੁੰਦਾ। ਸੋ ਅਗਲੀ ਗੱਲ ਜਿਹੜੀ ਹੈਗੀ ਆ ਕਿ ਇੱਥੇ ਜਿਹੜੇ ਹੁਣ ਬੱਚੇ ਜਨਮ ਲੈਂਦੇ ਆ, ਇੱਥੇ ਦੀਆਂ ਜਨਰੇਸ਼ਨਸ ਆ ਜਾਂ ਇੱਥੋਂ ਆਉਣ ਵਾਲੀਆਂ ਗਾਹਾਂ ਦੀਆਂ ਜਨਰੇਸ਼ਨਸ ਆ, ਤੁਹਾਨੂੰ ਕੀ ਲੱਗਦਾ ਕਿ ਉਹ ਜਾਤ ਪਾਤ ਨੂੰ ਮੰਨਣਗੀਆਂ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ। ਅਗੇਨ ਇਹ ਸਾਨੂੰ ਆਪਣੇ ਵਿੱਚ ਹੀ ਤਬਦੀਲੀ ਲਿਆਉਣੀ ਪੈਣੀ ਹੈਗੀ ਆ, ਕਿਉਂਕਿ ਜਿਸ ਤਰ੍ਹਾਂ ਬਾਬਾ ਸਾਹਿਬ ਵੀ ਕਹਿੰਦੇ ਹਨ ਕਿ ਜਾਤ ਪਾਤ ਜਿਹੜੀ ਹੈਗੀ ਆ ਇਹ ਕੋਈ ਇੱਟਾਂ ਦੀ ਕੰਧ ਨਹੀਂ ਹੈਗੀ, ਜਿਹੜੀ ਢਾ ਦਿਓ ਤਾਂ ਸਾਰਾ ਕੁਝ ਠੀਕ ਹੋ ਜਾਊਗਾ। ਇਹ ਤਾਂ ਉਹ ਕਹਿੰਦੇ ਇੱਕ ਮਾਨਸਿਕ ਗੁਲਾਮੀ ਹੈ, ਇਹ ਮਾਨਸਿਕਤਾ ਹੈ ਜਿਹੜੀ ਸਾਨੂੰ ਬਦਲਣੀ ਪੈਣੀ ਹੈਗੀ ਆ। ਠੀਕ ਹੈ, ਇਹ ਮਾਨਸਿਕਤਾ ਜੇ ਅਸੀਂ ਬਦਲਾਂਗੇ, ਅਸੀਂ ਇਸ ਦੇ ਖਿਲਾਫ ਖੜੇ ਹੋਵਾਂਗੇ। ਸਾਨੂੰ ਇਸ ਤੋਂ ਇਨਕਾਰੀ ਹੋਣ ਨਾਲੋਂ ਇਸ ਦੇ ਖਿਲਾਫ ਖੜਨਾ ਜ਼ਿਆਦਾ ਚਾਹੀਦਾ ਹੈ। ਜੇ ਮੈਂ ਕਹਿੰਦੀ ਹਾਂ ਕਿ ਮੈਂ ਕਾਸਟਿਜ਼ਮ ਨੂੰ ਨਹੀਂ ਮੰਨਦੀ, ਉਹਦਾ ਕੋਈ ਹੱਲ ਨਹੀਂ। ਜੇ ਮੈਂ ਕਹਿੰਦੀ ਹਾਂ ਕਿ ਮੈਂ ਕਾਸਟ ਸਿਸਟਮ ਦੇ ਖਿਲਾਫ ਖੜਦੀ ਹਾਂ, ਉਹ ਉਹਦਾ ਸੋਲਿਊਸ਼ਨ ਹੈ। ਸੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਾਂ ਅਸੀਂ ਘਰ 'ਚ ਆਪਣੇ ਬੱਚਿਆਂ ਵਾਸਤੇ ਅਸੀਂ ਉਹਨਾਂ ਨੂੰ ਅਵੇਅਰ ਕਰਨਾ ਹੈਗਾ ਕਿ ਇਹ ਜਿਹੜਾ ਸਿਸਟਮ ਹੈਗਾ ਇੰਡੀਆ ਵਿੱਚ ਚੱਲਦਾ ਹੈ ਕਾਸਟ ਸਿਸਟਮ, ਇਹਦੇ ਅਗੇਂਸਟ ਤੁਸੀਂ ਖੜਨਾ ਹੈ। ਚਾਹੇ ਉਹਦੇ ਤੁਹਾਡੇ ਆਪਣੇ ਮਾਂ-ਬਾਪ ਕਿਉਂ ਨਾ ਹੋਣ, ਚਾਹੇ ਆਪਣੇ ਭਾਈ ਭੈਣ ਕਿਉਂ ਨਾ ਹੋਣ, ਕੋਈ ਵੀ ਤੁਸੀਂ ਦੇਖਦੇ ਹੋ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਤੁਸੀਂ ਉਹਦੇ ਖਿਲਾਫ ਖੜਨਾ ਹੈ। ਕਿਉਂਕਿ ਜਦੋਂ ਅਸੀਂ ਰੇਸਿਜ਼ਮ ਦੇ ਖਿਲਾਫ ਖੜ ਸਕਦੇ ਹਾਂ ਕੈਨੇਡਾ ਦੇ ਵਿੱਚ, ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਕਿ ਰੇਸਿਜ਼ਮ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ, ਅਸੀਂ ਕਿਉਂ ਨਹੀਂ ਦੱਸ ਸਕਦੇ ਕਿ ਬੱਚਿਆਂ ਨੂੰ ਇਹ ਕਾਸਟ ਸਿਸਟਮ ਜਿਹੜਾ ਹੈਗਾ ਉਹਦੇ ਬੇਸ ਤੇ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਜਦ ਕਿ ਕਾਸਟ ਸਿਸਟਮ ਹੋਣਾ ਹੀ ਨਹੀਂ ਚਾਹੀਦਾ। ਇਹਦੇ ਖਿਲਾਫ ਤੁਸੀਂ ਖੜਨਾ ਹੈ। ਇਹੀ ਇੱਕ ਵੇ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰੀਏ। ਦੇਖੋ, ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹੋ ਚੰਗੇ ਹਿਊਮਨ ਬੀਇੰਗ ਬਣ, ਜਾਂ ਤੁਸੀਂ ਬੱਚਿਆਂ ਨੂੰ ਚਾਹੁੰਦੇ ਹੋ ਕਿ ਤੁਸੀਂ ਆਪਣੀ ਕਾਸਟ ਤੇ ਹੀ ਮਾਣ ਕਰਦੇ ਰਹੋ ਤੇ ਦੂਜਿਆਂ ਨੂੰ ਛੋਟਾ ਸਮਝੀ ਜਾਓ? ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਤੋਂ ਕੀ ਚਾਹੁੰਦੇ ਹੋ, ਕਿ ਮੇਰਾ ਬੱਚਾ ਇੱਕ ਚੰਗਾ ਹਿਊਮਨ ਬੀਇੰਗ ਬਣੇ ਜਾਂ ਉਹ ਦੂਸਰਿਆਂ ਨੂੰ ਨੀਚਾ ਦਿਖਾਵੇ। ਕਿਉਂਕਿ ਸਾਡਾ ਸਿਸਟਮ ਜੋ ਇੰਡੀਆ ਦਾ ਹੈ ਉਹ ਇਹੀ ਹੈ, ਤੁਸੀਂ ਇੱਕ ਨੇ ਦੂਸਰੇ ਨੂੰ ਨੀਚਾ ਦਿਖਾਣਾ ਹੈ ਤੇ ਨੀਚੇ ਵਾਲੇ ਨੇ ਆਪਣੇ ਤੋਂ ਨੀਚੇ ਨੂੰ ਨੀਚਾ ਦਿਖਾਣਾ ਹੈ। ਇਹੀ ਚੱਲ ਰਿਹਾ ਹੈ। ਇਹ ਆਪਾਂ ਚੱਲਣ ਤੋਂ ਰੋਕਣ ਲਈ ਆਪਾਂ ਨੂੰ ਘਰ ਵਿੱਚ ਹੀ ਵਾਰਤਾਲਾਪ ਸ਼ੁਰੂ ਕਰਨੀ ਪੈਣੀ ਹੈ। ਅਸੀਂ ਜਦੋਂ ਗੱਲ ਕਰਦੇ ਹਾਂ ਰੇਸਿਜ਼ਮ ਦੀ ਇੱਥੇ, ਤੇ ਰੇਸਿਜ਼ਮ ਅਸੀਂ ਲੈ ਕੇ ਟਾਰਗੇਟ ਕਰਦੇ ਹਾਂ ਹੋਰ ਕਮਿਊਨਿਟੀਜ਼ ਨੂੰ, ਜਾਂ ਹੋਰ ਅਸੀਂ ਕਹਿ ਦਿੰਦੇ ਹਾਂ ਕਿ ਫਲਾਨੀ ਕਮਿਊਨਿਟੀ ਦੇ ਲੋਕ ਜਿਹੜੇ ਆ ਉਹ ਰੇਸਿਸਟ ਆ, ਉਹ ਇੰਡੀਅਨਾਂ ਦੇ ਨਾਲ ਜਾਂ ਰੇਸਿਸਟ ਬਣ ਰਹੇ ਆ, ਜਾਂ ਮੁਸਲਿਮ ਲੋਕਾਂ ਨਾਲ ਰੇਸਿਸਟ ਬਣ ਰਹੇ, ਜਾਂ ਇਹ ਦੇਖਿਆ ਜਾਵੇ ਅਸੀਂ ਸਾਰੇ ਹੀ ਰੇਸਿਸਟ ਆ। ਮੈਂ ਤਾਂ ਇਸ ਤਰ੍ਹਾਂ ਆਪਣੇ ਆਪ ਨੂੰ ਦੇਖਦੀ ਹੁੰਦੀ ਹਾਂ, ਜੇ ਅਸੀਂ ਹੁਣ ਜਾਤ ਪਾਤ ਦੇ ਵਿੱਚ ਫਰਕ ਪਾਉਂਦੇ ਤੇ ਅਸੀਂ ਵੀ ਉਹ ਵੀ ਰੇਸਿਜ਼ਮ ਆ, ਰਾਈਟ? ਉਹ ਵੀ ਅਸੀਂ ਫਰਕ ਪਾ ਰਹੇ ਹਾਂ, ਜਾਤੀਵਾਦੀ ਜਾਤ ਪਾਤ ਦੇ ਨਾਂ ਦੇ ਉੱਤੇ ਭੇਦਭਾਵ ਕਰ ਰਹੇ ਹਾਂ, ਉਸ ਨੂੰ ਵੀ ਰੇਸਿਜ਼ਮ ਹੀ ਕਿਹਾ ਜਾਂਦਾ ਆ। ਸੋ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਜਿਹੜੇ ਇਹ ਗੱਲ ਕਰਦੇ ਹਾਂ, ਸਾਰੇ ਹੀ ਇਸ ਦਾ ਜਿਹੜਾ ਸਾਨੂੰ ਸਾਰਿਆਂ ਨੂੰ ਹੀ ਸਿਹਰਾ ਜਾਂਦਾ ਆ ਕਿ ਜੇ ਅਸੀਂ ਬਦਲਣਾ ਨਹੀਂ ਚਾਹੁੰਦੇ ਆਪਣੇ ਆਪ ਨੂੰ, ਪਰ ਬਦਲਣ ਦੇ ਲਈ ਕੀਤਾ ਕੀ ਜਾਵੇ, ਕਿਸ ਤਰ੍ਹਾਂ ਅਸੀਂ ਜਾਤ ਪਾਤ ਤੋਂ ਛੁਟਕਾਰਾ ਪਾ ਸਕਦੇ ਹਾਂ? ਤੁਸੀਂ ਗੱਲ ਕੀਤੀ ਆ ਵੀ ਚੇਂਜ ਜੇ ਲਿਆਉਣੀ ਆ ਸਿਰਫ ਕਹਿ ਕੇ ਕਿ ਇਹ ਗੱਲ ਗਲਤ ਆ, ਰਾਈਟ? ਉਹ ਬਦਲ ਨਹੀਂ ਜਾਣੀ ਤੇ ਉਸ ਨੂੰ ਚੇਂਜ ਲਿਆਉਣ ਲਈ ਕੁਛ ਨਾ ਕੁਛ ਕਰਨਾ ਪਏਗਾ। ਉਹ ਕਿਹੜੀਆਂ ਗੱਲਾਂ ਆ, ਕਿਹੜੇ ਕੰਮ ਆ ਜਿਹੜੇ ਕਰਨੇ ਕਿ ਅਸੀਂ ਇਹਨਾਂ ਜਾਤਾਂ ਪਾਤਾਂ ਤੋਂ ਜਾਂ ਛੋਟੀਆਂ ਮੋਟੀਆਂ ਗੱਲਾਂ ਤੋਂ ਛੁਟਕਾਰਾ ਪਾ ਸਕੀਏ? ਹਾਂ ਜੀ,
ਥੈਂਕ ਯੂ ਕਮਲ ਜੀ ਅਗੇਨ, ਬਿਕਾਜ਼ ਇਹ ਵਿਸ਼ਾ ਇੰਨਾ ਹੀ ਵਿਸ਼ਾਲ ਹੈਗਾ, ਕਿਉਂਕਿ ਸਦੀਆਂ ਤੋਂ ਚੱਲਿਆ ਆ ਰਿਹਾ ਹੈਗਾ, ਤੇ ਇਹਦੇ 'ਚ ਇਹ ਤਾਂ ਹੈ ਨਹੀਂ ਕਿ ਆਪਾਂ 1 ਮਿੰਟ 'ਚ ਇਹਨੂੰ ਖਤਮ ਕਰ ਸਕਦੇ ਹੈਗੇ ਆ। ਤੇ ਮੈਂ ਵੀ ਜੋ ਗੱਲਾਂ ਕਰ ਰਹੀ ਹੈਗੀਆਂ ਉਹ ਬਾਬਾ ਸਾਹਿਬ ਜੀ ਦੀ ਬੁੱਕ ਪੜ੍ਹ ਕੇ ਹੀ ਕਰ ਰਹੀ ਹੈਗੀਆਂ। ਤੇ ਮੈਂ ਆਪਣਾ ਤਾਂ ਐਕਸਪੀਰੀਅੰਸ ਤਾਂ ਤੁਹਾਨੂੰ ਇੰਨੇ ਜ਼ਿਆਦਾ ਵੀ ਮੈਂ ਐਕਸਪੀਰੀਅੰਸ ਨਹੀਂ ਹੈਗਾ ਮੇਰਾ, ਪਰ ਮੈਂ ਬਹੁਤ ਕੁਝ ਦੇਖਿਆ ਹੈਗਾ ਲੋਕਾਂ 'ਚ ਹੋ ਰਿਹਾ ਹੈਗਾ, ਜਾਂ ਮੈਂ ਆਪਣੀ ਅੱਖੀਂ ਦੇਖਿਆ ਹੈਗਾ, ਉਹਦੇ ਲਈ ਖੜੀ ਹੈਗੀ ਆ। ਸੋ ਦੈਟ ਕਾਈਂਡ ਆਫ ਐਕਸਪੀਰੀਅੰਸ, ਐਂਡ ਬਾਬਾ ਸਾਹਿਬ ਦੀ ਬੁੱਕ ਜਿਹੜੀ ਹੈਗੀ ਆ, ਮੈਂ ਬਹੁਤ ਰਿਕਮੈਂਡ ਕਰਨਾ ਚਾਹਾਂਗੀ ਕਿ ਜੇ ਸਾਡੇ ਵਿਊਅਰ ਜਿਹੜੇ ਹੈਗੇ ਆ ਇਹਦੇ ਬਾਰੇ ਸੋਚ ਸਕਣ। ਇਹ ਹੈਗੀ ਐਨਹਾਈਲੇਸ਼ਨ ਆਫ ਕਾਸਟ, ਜਿਹਦਾ ਕਿ ਪੰਜਾਬੀ ਤਰਜਮਾ ਹੈਗਾ ਜਾਤ ਪਾਤ ਦਾ ਬੀਜਨਾਸ਼। ਸੋ ਇਹ ਬੁੱਕ ਜਿਹੜੀ ਹੈਗੀ ਆ, ਇਹਦੇ 'ਚ ਬਾਬਾ ਸਾਹਿਬ ਜੀ ਨੇ ਦੱਸਿਆ ਹੈਗਾ ਕਿ ਅਸੀਂ ਇਸ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਉਣਾ ਹੈ। ਮੈਂ ਤਾਂ ਬਹੁਤ ਹੀ ਸਿੰਪਲ, ਮਤਲਬ ਛੋਟੀ, ਮੈਂ ਤਾਂ ਕੁਝ ਨਹੀਂ ਦੱਸ ਸਕਦੀ ਕਿਵੇਂ ਛੁਟਕਾਰਾ ਪਾਉਣਾ। ਮੈਂ ਤਾਂ ਸਿੰਪਲ ਗੱਲਾਂ ਕਰ ਸਕਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਹੁਣੇ ਕੀਤਾ ਕਿ ਬੱਚਿਆਂ ਨੂੰ ਕਰੋ, ਵਾਰਤਾਲਾਪ ਕਰੋ, ਜੋ ਕਿ ਬਹੁਤ ਹੀ ਵੱਡਾ ਕਦਮ ਹੈਗਾ ਉਹ ਵੀ, ਹਨਾ। ਤੇ ਬਾਬਾ ਸਾਹਿਬ ਜੀ ਨੇ ਜੋ ਇਹਦੇ 'ਚ ਦੱਸਿਆ ਹੈਗਾ, ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗੀ। ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇਹ ਮਾਨਸਿਕ ਗੁਲਾਮੀ ਹੈ, ਇਹ ਕੋਈ ਏਦਾਂ ਦੀ ਚੀਜ਼ ਨਹੀਂ ਹੈਗੀ ਜਿਹਨੂੰ ਹਟਾ ਦੋਗੇ ਤੇ ਖਤਮ ਹੋ ਜਾਊਗੀ, ਪਰ ਇਹ ਤੁਹਾਨੂੰ ਆਪਣੇ ਮਨ 'ਚ ਜਿਹੜਾ ਹੈਗਾ, ਮਨ ਨੂੰ ਜਿਹੜਾ ਹੈਗਾ ਤੁਹਾਨੂੰ ਸਟਰੋਂਗ ਕਰਨਾ ਪੈਣਾ, ਤੁਹਾਨੂੰ ਉਹਦੇ 'ਚ ਅਵੇਅਰਨੈਸ ਲਿਆਉਣੀ ਪੈਣੀ, ਚੇਤਨਾ ਲਿਆਉਣੀ ਪੈਣੀ ਹੈਗੀ ਆ। ਕਿਉਂਕਿ ਬਾਬਾ ਸਾਹਿਬ ਜੀ ਕਹਿੰਦੇ ਹਨ ਕਿ ਤੁਹਾਡਾ ਦੁਸ਼ਮਣ ਉਹ ਨਹੀਂ ਜੋ ਜਾਤ ਪਾਤ ਦੀ ਪਾਲਣਾ ਕਰਦਾ ਹੈ, ਕਹਿੰਦੇ ਬਲਕਿ ਗਲਤ ਉਹ ਹੈ ਜੋ ਉਹ ਧਰਮ ਹੈ ਜੋ ਜਾਤ ਪਾਤ ਸਿਖਾਉਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਧਰਮ ਜੋ ਜਾਤ ਪਾਤ ਦੀ ਭਾਵਨਾ ਨੂੰ ਲੋਕਾਂ ਦੇ ਮਨਾਂ 'ਚ ਪਵਿੱਤਰਤਾ ਵਾਂਗ ਫੈਲਾਉਂਦਾ ਹੈ, ਉਹ ਗਲਤ ਹੈ। ਸੋ ਕਹਿੰਦੇ ਕਿ ਤੁਹਾਨੂੰ, ਜੇ ਤੁਸੀਂ ਇਹ ਸਹੀ ਮੰਨਦੇ ਹੋ, ਤੁਹਾਨੂੰ ਉਸ ਬੰਦੇ ਨਾਲ ਜਿਹੜਾ ਤੁਹਾਡਾ ਜਾਤ ਪਾਤ ਦੀ ਵਿਤਕਰਾ ਕਰਦਾ ਹੈ, ਉਸ ਲੋਕਾਂ ਨਾਲ ਨਜਿੱਠਣ ਦੇ ਨਾਲ ਨਾਲ ਉਹਨਾਂ ਸ਼ਾਸਤਰਾਂ ਨਾਲ, ਉਹਨਾਂ ਧਰਮਾਂ ਦੇ ਨਾਲ ਵੀ ਨਜਿੱਠਣਾ ਪੈਣਾ ਹੈ ਜਿਹੜੇ ਲੋਕਾਂ ਵਿੱਚ ਜਾਤ ਪਾਤ ਸਿਖਾਉਂਦੇ ਹਨ ਤੇ ਲੋਕਾਂ ਨੂੰ ਜਾਤ ਪਾਤ ਪੜ੍ਹਾਉਂਦੇ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਟੁਕ ਸਟੈਂਡ ਲੈਣਾ ਪੈਣਾ ਹੈ, ਜਿਵੇਂ ਤਥਾਗਤ ਬੁੱਧ ਜੀ ਨੇ ਲਿਆ ਸੀ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲਿਆ ਸੀ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਆ ਸੀ। ਕਹਿੰਦੇ ਸ਼ਾਸਤਰਾਂ ਨੂੰ ਨਾ ਕੇਵਲ ਨਕਾਰ ਦਿਓ, ਪਰ ਉਹਨਾਂ ਦੀ ਜਿਹੜੀ ਪਵਿੱਤਰਤਾ ਹੈ, ਉਹਨਾਂ ਦੀ ਪਵਿੱਤਰਤਾ ਦੀ ਸ਼ਕਤੀ ਤੋਂ ਵੀ ਇਨਕਾਰੀ ਹੋ ਜਾਓ, ਬਿਲਕੁਲ ਨਹੀਂ ਮੰਨੋ ਉਸ ਚੀਜ਼ ਨੂੰ। ਜਿਵੇਂ ਗੁਰੂ ਨਾਨਕ ਦੇਵ ਜੀ ਨੇ, ਜਿਵੇਂ ਤਥਾਗਤ ਬੁੱਧ ਜੀ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਹੀ ਬਾਟੇ 'ਚੋਂ ਸਾਰਿਆਂ ਨੂੰ ਖਵਾ ਕੇ ਉਹ ਜਿਹੜਾ ਸਟੈਂਡ ਲਿਆ ਸੀ, ਸਾਨੂੰ ਸਾਰਿਆਂ ਨੂੰ ਉਹ ਸਟੈਂਡ ਲੈਣਾ ਪੈਣਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸਿਰਫ ਇਨਕਾਰੀ ਹੋ ਜਾਣਾ ਨਹੀਂ, ਉਸ ਦੇ ਅਗੇਂਸਟ ਵੀ ਖੜਨਾ ਹੈ, ਠੀਕ ਹੈ। ਤੋ ਇਹ ਤਾਂ ਉਹਨਾਂ ਨੇ ਹੱਲ ਦੱਸਿਆ। ਹੱਲ ਜਿਹੜਾ ਹੈਗਾ ਇਹ ਬਹੁਤ ਹੀ ਡੀਪ ਹੈਗਾ, ਬਹੁਤ ਹੀ ਟਾਈਮ ਕੰਜ਼ਿਊਮਿੰਗ ਹੈ, ਪਰ ਜੇਕਰ ਅਸੀਂ 1 ਬਾਏ 1 ਕਰਦੇ ਰਵਾਂਗੇ, ਉਸ ਤੋਂ ਇਨਕਾਰੀ ਹੋ ਜਾਵਾਂਗੇ, ਉਸ ਨੂੰ ਨਹੀਂ ਮੰਨਾਂਗੇ, ਤਾਂ ਅਸੀਂ ਉਸ ਧਰਮ 'ਚ ਜਾਓ ਜਿੱਥੇ ਤੁਹਾਨੂੰ ਇੱਜ਼ਤ ਮਿਲਦੀ ਹੈ, ਜਿੱਥੇ ਤੁਹਾਨੂੰ ਬਰਾਬਰਤਾ ਮਿਲਦੀ ਹੈ, ਤਾਂ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਸੈਲਫ ਕੌਨਫੀਡੈਂਸ, ਸੈਲਫ ਇੰਡੀਪੈਂਡੈਂਸੀ ਨਾਲ ਜੀ ਸਕੋ, ਤੇ ਤੁਹਾਨੂੰ ਕੋਈ ਮਾਨਸਿਕ ਗੁਲਾਮੀ ਦਾ ਸ਼ਿਕਾਰ ਨਾ ਹੋਣਾ ਪਵੇ, ਮਾਨਸਿਕ ਦੇ ਨਾਲ ਨਾਲ ਫਿਜ਼ੀਕਲ ਗੁਲਾਮੀ ਦਾ ਵੀ ਸ਼ਿਕਾਰ ਨਾ ਹੋਣਾ ਪਵੇ। ਤੁਸੀਂ ਐਕਸਪਲੇਨ ਕੀਤਾ ਆ ਇਹ ਜਿਹੜੀ ਡਾਕਟਰ ਅੰਬੇਦਕਰ ਜੀ ਦੀ ਬੁੱਕ ਆ ਐਨਹੀਲੇਸ਼ਨ ਆਫ ਕਾਸਟ, ਇਹਦੇ ਵਿੱਚ ਵੈਸੇ ਬਹੁਤ ਹੀ ਕੰਮ ਦੀਆਂ ਗੱਲਾਂ, ਬਿਲਕੁਲ ਸਹੀ ਲਿਖਿਆ ਕਿ ਉਹ ਸਟੈਂਡ ਲਓ ਜੋ ਬੁੱਧਾ ਜੀ ਨੇ ਲਿਆ ਸੀ, ਉਹ ਜੋ ਗੁਰੂ ਨਾਨਕ ਦੇਵ ਜੀ ਨੇ ਲਿਆ ਸੀ। ਗੁਰੂ ਨਾਨਕ ਦੇਵ ਜੀ ਨੇ ਦੋਸਤੋ ਜਿਹੜਾ ਜਨੇਊ ਪਾਉਣ ਤੋਂ ਨਾ ਕੀਤੀ ਸੀ, ਉਹ ਇਸ ਕਰਕੇ ਨਹੀਂ ਸੀ ਕੀਤੀ ਕਿ ਉਹ ਹਿੰਦੂ ਧਰਮ ਨੂੰ ਅਪਣਾਉਣਾ ਨਹੀਂ ਸੀ ਚਾਹੁੰਦੇ, ਉਹ ਇਸ ਕਰਕੇ ਕੀਤੀ ਸੀ ਕਿ ਉਹ ਕਿਸੇ ਵੀ ਧਰਮ ਦੇ ਨਾਲ ਆਪਣੇ ਆਪ ਨੂੰ ਬੰਨਣਾ ਨਹੀਂ ਸੀ ਚਾਹੁੰਦੇ। ਉਹ ਕਿਉਂਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ, ਉਹਨਾਂ ਦਾ ਉਹ ਇਹੀ ਬਲੀਵ ਆ ਕਿ ਉਹਨਾਂ ਦਾ ਕਹਿਣਾ ਕਿ ਪ੍ਰਮਾਤਮਾ ਤਾਂ ਜਿਹੜਾ ਆ ਹਰ ਇੱਕ ਦੇ ਵਿੱਚ ਵੱਸਦਾ ਆ। ਜਦੋਂ ਬਾਣੀ ਵੀ ਅਸੀਂ ਪੜ੍ਹਨੀ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਜਦੋਂ ਇੱਕ ਓਂਕਾਰ ਕਹਿੰਦੇ ਆ ਗੋਡ ਇਜ਼ ਵਨ, ਅਗਰ ਗੋਡ ਇੱਕ ਆ ਤੇ ਅਸੀਂ ਸਾਰੇ ਹੀ ਉਸ ਦੇ ਬੱਚੇ ਆ ਤੇ ਸਾਡੇ 'ਚ ਭੇਦਭਾਵ ਨਹੀਂ ਹੋ ਸਕਦਾ। ਹੁਣ ਇੱਕ ਪਰਿਵਾਰ ਦੇ ਵਿੱਚ 4 ਬੱਚੇ ਹੋਣ ਤੇ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਉਹਨਾਂ 4 ਨੂੰ ਵੰਡ ਦਿਓ ਕਿਸੇ ਰੰਗ ਦੇ ਆਧਾਰ ਤੇ ਜਾਂ ਕਿਸੇ ਅਲੱਗ ਜਾਤ ਦੇ ਦਿਓ ਕਿ ਇੱਕ ਡਾਕਟਰ ਬਣ ਗਿਆ ਤੇ ਉਹਦੀ ਹੋਰ ਜਾਤ ਬਣਾ ਦਈਏ, ਤੇ ਇੱਕ ਕਿਸਾਨ ਬਣ ਗਿਆ ਉਹਨੂੰ ਜੱਟ ਕਹੀ ਜਾਈਏ, ਜਾਂ ਇਸ ਤਰ੍ਹਾਂ ਅਸੀਂ ਵੰਡ ਨਹੀਂ ਕਰ ਸਕਦੇ। ਇੱਕ ਮਾਂ-ਬਾਪ ਦੇ ਜਿਹੜੇ ਬੱਚੇ ਹੁੰਦੇ ਉਹ ਸਾਰੇ ਦੇ ਸਾਰੇ ਸੇਮ ਹੀ ਹੁੰਦੇ ਆ। ਇਸੇ ਤਰ੍ਹਾਂ ਕਰਕੇ ਅਸੀਂ ਪਰਮਾਤਮਾ ਦੇ ਬੱਚੇ ਆ, ਸਾਰੇ ਦੇ ਸਾਰੇ ਸੇਮ ਆ। ਸੋ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਇਹ ਜਿਹੜਾ ਜਾਤ ਪਾਤ ਦਾ ਜਾਂ ਹੋਰ ਧਰਮਾਂ ਤੇ ਤਾਂ ਬਹੁਤ ਹੋਰ ਵੀ ਜ਼ਿਆਦਾ ਲੰਬੀ ਚੌੜੀ ਗੱਲਬਾਤ ਹੋ ਜਾਂਦੀ ਹੈ, ਜ਼ਰੂਰ ਉਹ ਵੀ ਕਿਸੇ ਦਿਨ ਵਿਸ਼ਾ ਦੋਸਤੋ ਜ਼ਰੂਰ ਛੇੜਾਂਗੇ।
ਕਹਿੰਦੇ ਹੁੰਦੇ ਆ ਕਿ ਧਰਮ ਤੇ ਪੋਲਿਟਿਕਸ ਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਪਰ ਮੈਂ ਇਸ ਗੱਲ ਤੇ ਤੋਂ ਬਿਲਕੁਲ ਨਹੀਂ ਜਕਦੀ। ਮੈਂ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਵਿਚਾਰ ਤੇ ਦੇਣਾ ਚਾਹਾਂਗੀ ਤੇ ਬਾਕੀ ਸਾਰਿਆਂ ਦੇ ਵਿਚਾਰ ਸੁਣਨੇ ਚਾਹਾਂਗੀ। ਸੋ ਅਸੀਂ ਇੱਕ ਵਿਸ਼ੇ ਨੂੰ ਲੈ ਕੇ ਹਮੇਸ਼ਾ ਜਿਸ ਤਰ੍ਹਾਂ ਚੁਣਦੇ ਹਾਂ, ਗੱਲਬਾਤ ਕਰਦੇ ਹਾਂ। ਸੋ ਅੱਜ ਅਸੀਂ ਬੇਸਡ ਹੈਗੇ ਹਾਂ, ਅੱਜ ਗੱਲਬਾਤ ਕਰੀ ਜਾਵਾਂਗੇ ਅਸੀਂ ਜਾਤੀ ਪਾਤੀ ਤੇ ਕਿ ਕਿਸੇ ਤਰ੍ਹਾਂ ਇਹ ਸਾਡੀ ਜ਼ਿੰਦਗੀ ਨੂੰ ਇਫੈਕਟ ਕਰਦੀ ਆ। ਕਿਤੇ ਨਾ ਕਿਤੇ ਅਸੀਂ ਸਾਰੇ ਹੀ ਇਸ ਦੇ ਜ਼ਿੰਮੇਦਾਰ ਹਾਂ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਨਾ ਤਾਂ ਸਾਡੇ ਘਰਦਿਆਂ ਨੇ ਕਦੀ ਚਾਹਿਆ ਕਿ ਅਸੀਂ ਕਿਸੇ ਹੋਰ ਜਾਤ ਪਾਤ ਦੇ ਮੁੰਡੇ ਕੁੜੀ ਦੇ ਨਾਲ ਵਿਆਹ ਕਰਾਈਏ, ਨਾ ਹੀ ਅਸੀਂ ਗਾਹਾਂ ਚਾਹੁੰਦੇ ਹਾਂ। ਜੇ ਦਿਲੋਂ ਸੋਚਿਆ ਜਾਵੇ, ਸਾਨੂੰ ਹੁੰਦਾ ਆ ਕਿ ਸੇਮ ਹੀ ਹੋਵੇ, ਸਾਡੇ ਜਿਹੜੀ ਬੱਚੇ ਨੇ ਉਹਨਾਂ ਦੇ ਗਾਹਾਂ ਬੱਚੇ ਨੇ ਸਾਰੇ ਸੇਮ ਹੀ ਜਾਤਾਂ ਪਾਤਾਂ 'ਚ ਕਰਾਉਣ। ਕਿਉਂ ਅਸੀਂ ਇਹੋ ਜਿਹੀ ਸੋਚ ਰੱਖੀ ਬੈਠੇ ਹਾਂ? ਕਿਉਂ ਨਹੀਂ ਅਸੀਂ ਆਪਣੇ ਆਪ ਨੂੰ ਬਦਲ ਸਕਦੇ? ਕਿਉਂ ਨਹੀਂ ਅਸੀਂ ਬਾਣੀ ਜੋ ਪੜ੍ਹਦੇ ਹਾਂ ਉਸ 'ਤੇ ਅਮਲ ਕਰ ਸਕਦੇ? ਸੋ ਇਹ ਜਿਹੜੀਆਂ ਗੱਲਾਂ ਆ ਬਹੁਤ ਡੂੰਘੀਆਂ ਹੋ ਜਾਂਦੀਆਂ। ਸੋ ਵਿਚਾਰ ਇਸ 'ਤੇ ਸਾਨੂੰ ਜ਼ਰੂਰ ਕਰਨ ਦੀ ਜ਼ਰੂਰਤ ਆ, ਵਿਹਲੇ ਸਮੇਂ ਇਸ 'ਤੇ ਸੋਚਣ ਦੀ ਜ਼ਰੂਰਤ ਆ ਕਿ ਅਸੀਂ ਸਾਰੇ ਇਨਸਾਨ ਇੱਕ ਹਾਂ। ਅਗਰ ਅਸੀਂ ਬਾਕੀਆਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਰੇਸਿਸਟ ਬਣਦੇ ਹੋ, ਤੇ ਰੇਸਿਸਟ ਅਸੀਂ ਵੀ ਸਾਰੇ ਬਣਦੇ ਹਾਂ, ਮੇਬੀ ਡਿਫਰੈਂਟ ਢੰਗਾਂ ਦੇ ਨਾਲ, ਪਰ ਅਸੀਂ ਲੰਬੇ ਸਮੇਂ ਤੋਂ ਉਹੀ ਕੰਮ ਕਰਦੇ ਆਏ ਹਾਂ ਤੇ ਸੋਚਦੇ ਹਾਂ ਕਿ ਸ਼ਾਇਦ ਇਟਸ ਓਕੇ ਟੂ ਡੂ ਦੈਟ ਨਾਓ। ਸਾਡੇ ਨਾਲ ਇੱਕ ਕਾਲਰ ਨੇ, ਮੈਂ ਜ਼ਰੂਰ ਇਹਨਾਂ ਦੀ ਕੁਇਕਲੀ ਕਾਲ ਲੈਣਾ ਚਾਹਾਂਗੀ, ਦੇਖਣਾ ਚਾਹਾਂਗੀ ਕਿ ਕੀ ਗੱਲਬਾਤ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ ਕਾਲਰ, ਤੁਸੀਂ ਔਨ 에ਅਰ ਹੋ। ਹਾਂਜੀ, ਪਰਮਿੰਦਰ ਸਿੰਘ ਦਾ ਬੋਲਦਾ ਜੀ, ਆਪਣੇ ਕਮਲ ਜੀ ਜੀ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਤੁਸੀਂ ਔਨ 에ਅਰ ਹੋ, ਸਵਾਗਤ ਹੈ ਤੁਹਾਡਾ। ਹਾਂਜੀ, ਮੈਂ ਪਤਾ ਜੀ, ਕੀ ਕਹਿਣਾ ਚਾਹੋਗੇ? ਕਰਕੇ ਤਾਂ ਦੇਖੋ ਹੁਣ ਕਿੰਨੇ ਝੱਜੂਆੜੇ ਜਿਹੜੇ ਉਹ ਵਿਵਾਦ ਜਿਹੜੇ ਜਾਤਾਂ ਪਾਤਾਂ ਦੀ ਦਾ ਜਿਹੜਾ ਆਪਣੇ ਮੁਸ਼ਕਲ ਖੜੀ ਕਰ ਰਹੇ ਇਸੇ ਕਰਕੇ ਜੀ। ਹੁਣ ਜਿੱਥੇ ਮਸਜਿਦ ਸੀਗੀ ਢਾਹ ਕੇ ਰਾਮ ਮੰਦਿਰ ਬਣਾ ਦਿਓ, ਰਾਮ ਦਾ ਆਪ ਬਨਵਾਸ ਲੈ ਕੇ ਚਲੇ ਗਏ ਤੇ ਘਰ-ਬਾਰ ਛੱਡ ਕੇ ਜੀ। ਉਹ ਚੀਜ਼ ਤਾਂ ਸਮਝਣੇ ਨਹੀਂ ਚਾਹੁੰਦੇ। ਕਹਿੰਦੇ ਹੁੰਦੇ ਆ ਸਮਝਾਉਣਾ ਹਰ ਕੋਈ ਚਾਹੁੰਦਾ, ਸਮਝਣਾ ਕੋਈ ਨਹੀਂ ਚਾਹੁੰਦਾ। ਜੀ ਬਿਲਕੁਲ ਬਿਲਕੁਲ, ਗੱਲ ਸਹੀ ਹੈ ਤੁਹਾਡੀ। ਇੱਥੋਂ ਹੀ ਆ ਹੁਣ ਗਰੀਬ ਜਿੰਨਾ ਮਰ ਰਿਹਾ, ਹਰ ਪਾਸੇ ਗਰੀਬ ਮਰ ਰਿਹਾ। ਬਿਲਕੁਲ ਕਿਉਂ ਮਰ ਰਿਹਾ? ਕਿਉਂਕਿ ਜਿੰਨੇ ਪੋਲੀਟਿਕਸ ਸਾਰੇ ਬੰਦੇ ਆ ਨੇ ਬਸ ਪੈਸੇ ਦੇ ਕੇ ਉਦਾਂ ਦੇ ਬੰਦੇ ਖਿਲਾਰੀ ਪਏ ਆ, ਲੋਕਾਂ ਨੂੰ ਗੁੰਮਰਾਹ ਕਰ ਕਰਕੇ ਲੁੱਟਣ ਡਏ ਆ। ਹਰ ਇੱਕ ਪਾਸੇ ਗਰੀਬ ਮਰ ਰਿਹਾ। ਬਿਲਕੁਲ ਗੱਲ ਸਹੀ ਹੈ ਤੁਹਾਡੀ। ਜਾਤਾਂ ਪਾਤਾਂ ਦੇ ਹਾਂਜੀ ਜੀ, ਜਾਤਾਂ ਪਾਤਾਂ ਤੇ ਤੁਹਾਡਾ ਜਿਹੜਾ ਜ਼ਿੰਦਗੀ ਦਾ ਐਕਸਪੀਰੀਅੰਸ ਆ ਪਰਮਿੰਦਰ ਜੀ, ਉਹ ਕੀ ਕਹਿੰਦਾ, ਕਿ ਤਜਰਬਾ ਕੀ ਕਹਿੰਦਾ ਵੀ ਤੁਸੀਂ ਜਿਸ ਢੰਗ ਦੇ ਨਾਲ ਤੁਸੀਂ ਰੇਜ਼ ਹੋਏ ਹੋ, ਤੁਹਾਡੇ ਮਾਂ-ਬਾਪ ਨੇ, ਤੁਹਾਡੇ ਦਾਦਾ ਦਾਦੀ ਨੇ, ਪਰਿਵਾਰ ਦੇ ਵਿੱਚ ਜੋ ਵੀ ਅਸੀਂ ਦੇਖਿਆ, ਉਸ ਦੇ ਬੇਸ ਤੇ ਤੁਸੀਂ ਆਪਣੇ ਗਾਹਾਂ ਚਾਹੋਗੇ ਕਿ ਜਿਹੜੇ ਤੁਹਾਡੇ ਬੱਚੇ ਨੇ ਜਾਂ ਬੱਚਿਆਂ ਦੇ ਬੱਚੇ ਨੇ ਉਹ ਕਿਸੇ ਵੀ ਜਾਤ ਦੇ ਵਿੱਚ ਵਿਆਹ ਕਰਾ ਲੈਣ? ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ? ਦੇਖੋ ਜੀ, ਜਿਹੜਾ ਹੁਣ ਇਹ ਗੱਲ ਇਹ ਆਪਣੀ ਖਿਆਲ ਆ, ਹੁਣ ਜਿੱਥੇ ਬੱਚਾ ਕਰਾਉਂਦਾ ਕਰਾ ਲਓ, ਹੁਣ ਕਰਾਈ ਜਾਂਦੇ ਨੇ ਬੱਚੇ। ਕੋਈ ਲੁਕਿਆ ਹੋਇਆ, ਕੋਈ ਸਿੱਧਾ ਆ ਜਾਂਦਾ ਮੋਹਰੇ ਸਾਹਮਣੇ ਆਨ 에ਅਰ ਆ ਜਾਂਦਾ, ਮਤਲਬ ਕਹਿ ਦਿੰਦਾ ਜਿੱਥੇ ਬੱਚਾ ਕਰਾਉਂਦਾ ਉਹਨੇ ਕਰਾਉਣਾ। ਜਿਵੇਂ ਜਾਤਾਂ ਪਾਤਾਂ ਆਪਣੀਆਂ ਵੰਡੀਆਂ ਹੋਈਆਂ, ਬਿਲਕੁਲ ਕਿਸੇ ਵਰਗ ਚ ਵੀ ਕਰਾਉਂਦਾ। ਉਹ ਜਿਹੜਾ ਹੁਣ ਉੱਥੇ ਚੰਗੀ ਐਜੂਕੇਸ਼ਨ ਕਰਦਾ ਬੱਚਾ, ਠੀਕ ਆ, ਕਰਾ ਲੈਂਦਾ ਜੀ, ਕੋਈ ਮਸਲਾ ਨਹੀਂ ਹੈਗਾ। ਬਿਲਕੁਲ, ਜੇ ਮਸਲੇ ਜਿੰਨੇ ਤੁਸੀਂ ਮੋਹਰੇ ਆ ਕੇ ਉਹਨਾਂ ਨੂੰ ਰੋਕਦੇ ਸਮਾਂ ਜ਼ਿਆਦਾ ਤੁਹਾਨੂੰ ਤੰਗ ਕਰੂ। ਬਿਲਕੁਲ। ਵੈਸੇ ਮੈਂ ਤੁਸੀਂ ਗੱਲ ਕੀਤੀ ਆ ਤੇ ਚਲੋ ਥੋੜੀ ਜਿਹੀ ਵਿਸ਼ੇ ਤੋਂ ਵੱਖ ਅਲੱਗ ਆ, ਪਰ ਫਿਰ ਵੀ ਮੈਂ ਜ਼ਰੂਰ ਹਾਈਲਾਈਟ ਕਰਨਾ ਚਾਹੂੰਗੀ। ਤੁਸੀਂ ਕਿਹਾ ਕਿ ਕੋਈ ਲੁੱਕ ਕੇ ਕਰਾਉਂਦਾ ਤੇ ਕੋਈ ਸਾਹਮਣੇ ਕਰਾਉਂਦਾ। ਗੱਲ ਬਿਲਕੁਲ ਸਹੀ ਆ। ਕਈ ਪਰਿਵਾਰ ਨੇ ਉਹਨਾਂ ਦੇ ਬੱਚੇ ਹੋਰ ਕਿਸੇ ਜਾਤ ਦੇ ਵਿੱਚ, ਹੋਰ ਕਿਸੇ ਧਰਮ ਦੇ ਵਿੱਚ, ਜਾਂ ਹੋਰ ਕਿਸੇ ਕਮਿਊਨਿਟੀ ਦੇ ਅਲੱਗ, ਜਾਂ ਕਹਿ ਲਓ ਵੀ ਇੰਡੀਅਨ ਕੋਈ ਗੋਰੇ ਬੱਚੇ ਦੇ ਨਾਲ ਵਿਆਹ ਕਰਾ ਰਿਹਾ, ਜਾਂ ਕਿਸੇ ਹੋਰ ਹਾਂਜੀ ਕਰਾ ਰਹੇ ਨੇ। ਕੋਈ ਜਾਗਰੂਕ ਹੋ ਜਾਂਦਾ, ਕੋਈ ਲੁਕਿਆ ਛੁਪਿਆ ਰਹਿ ਜਾਂਦਾ, ਮਤਲਬ ਕਿ ਕਰਾਈ ਵੀ ਜਾਂਦੇ। ਤੁਸੀਂ ਕਰੋਗੇ ਕੀ ਵੀ ਤੇਰੇ ਹੁਣ ਦੇਖੋ ਆਪਣੇ, ਜੇ ਹੁਣ ਆਪਣੀ ਕਮਿਊਨਿਟੀ ਦਾ ਲੈ ਲਓ, ਆਪਣੀ ਕਮਿਊਨਿਟੀ ਦੇ ਵਿੱਚ ਬੱਚੇ ਜਿੱਦਾਂ ਕੋਈ ਘੱਟ ਪੜਿਆ, ਕੋਈ ਵੱਧ ਪੜਿਆ, ਪ੍ਰੋਬਲਮ ਤਾਂ ਫੇਰ ਵੀ ਖੜੀ ਹੋ ਜਾਂਦੀ। ਆਪਣੀ ਕਮਿਊਨਿਟੀ ਘੱਟ ਪ੍ਰੋਬਲਮ ਖੜੀਆਂ ਹੋਈਆਂ। ਬਿਲਕੁਲ ਬਿਲਕੁਲ ਬਿਲਕੁਲ, ਸਾਡੀ ਚ ਜ਼ਿਆਦਾ ਕੰਪਲਿਕੇਸ਼ਨ ਚ। ਜੀ ਜੀ ਹਾਂ, ਜ਼ਿਆਦਾ ਆ। ਕਿਉਂ ਜ਼ਿਆਦਾ ਆ? ਕਿਉਂਕਿ ਹਰ ਕੋ ਜ਼ਿਆਦਾ ਆ। ਮੈਂ ਏਦਾਂ, ਤੂੰ ਏਦਾਂ, ਮੈਂ ਏਦਾਂ, ਤੂੰ ਏਦਾਂ, ਤੂੰ ਘੱਟ ਬਣੀ ਬਣਾਈ, ਤੂੰ ਮੈਂ ਵੱਧ ਬਣਾ ਲਈ। ਬਣੀ ਤੋਂ ਵਾਲੇ ਫਿਰਦੇ ਆ। ਇਨਸਾਨੀਅਤ ਤਾਂ ਮੈਨੂੰ ਲੱਗਦਾ ਖਤਮ ਹੀ ਹੋ ਜਾਂਦੀ ਆ। ਸੋਚ ਨਹੀਂ ਚੰਗੀ ਰੱਖਦੇ, ਸੋਚ ਨੂੰ ਉੱਪਰ ਲਿਆਓ, ਜਾਤਾਂ ਪਾਤਾਂ ਨੂੰ ਨਹੀਂ। ਇਹ ਜਿਹੜੇ ਵਿਚਾਰ ਨੇ ਬਣਾਈਆਂ ਸੀਗੀਆਂ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੇ ਵਿਚਾਰ ਆ ਇਹ ਵੀ ਪੈਸੇ ਵਾਲੇ, ਅਗਰ ਕਿਸੇ ਪੈਸੇ ਵਾਲੇ ਦਾ ਬੱਚਾ ਕਿਸੇ ਦੂਸਰੀ ਕਮਿਊਨਿਟੀ ਦੇ ਬੱਚੇ ਦੇ ਨਾਲ ਵਿਆਹ ਕਰਾਉਂਦਾ ਤੇ ਉਹ ਕਹਿ ਦਿੰਦੇ ਆ ਕਿ ਉਹ ਜੀ ਅੱਜ ਕੱਲ ਦੇ ਬੱਚੇ ਇਦਾਂ ਹੀ ਕਰਦੇ ਆ, ਤੇ ਜੇ ਕਿਸੇ ਗਰੀਬ ਦਾ ਕਰਦਾ ਆ ਤੇ ਫਿਰ ਉਹਦੀਆਂ ਚੁਗਲੀਆਂ ਕਰਦੇ ਆ। ਸੋ ਪੈਸਾ ਕਿਤੇ ਨਾ ਕਿਤੇ ਬਿਲਕੁਲ ਇਹੀ ਤਾਂ ਗੱਲ ਆ ਜੀ। ਚੰਗੇ ਦਾ ਕਿ ਜੀ ਮਾੜੇ ਦਾ ਨਿਕਲ ਗਿਆ
ਜੀ ਬਿਲਕੁਲ 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 ਸਹੀ ਗੱਲ ਆ ਤੁਸੀਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਆਪਣੇ ਹਾਂਜੀ ਕਮਲ। ਮੈਂ ਤਾਂ ਕਹਿ ਦਿੰਦਾ ਸਾਡੇ ਤਾਂ ਜੋ ਹੁਣ ਕਰਾਉਂਦੇ ਆ ਨਿਆਣੇ ਕਰਾਈ ਜਾਣਦੇ ਆ। ਦੇਖੋ ਹੁਣ ਤੁਹਾਡੇ ਰੋਕਿਆਂ ਰੋਕਣੇ ਤਾਂ ਹੈ ਕਿਉਂਕਿ ਹੁਣ ਜਨਰੇਸ਼ਨ 'ਚ ਕਿਹੜਾ ਯੁੱਗ ਚੱਲ ਰਿਹਾ। ਬਿਲਕੁਲ ਬਿਲਕੁਲ ਕਿਹੜਾ ਸਮਾਂ ਯੁੱਗ ਹੁੰਦਾ ਦਾ ਸਾਥ ਦਿਓ। ਡਿਵੋਰਸ ਜਿਹੜੇ ਆਪਣੇ ਮੇਰਾ ਖਿਆਲ ਕਮਿਊਨਿਟੀ ਵਿੱਚ ਜ਼ਿਆਦਾ ਹੋ ਰਿਹਾ ਬਾਕੀਆਂ ਕਮਿਊਨਿਟੀਆਂ ਨਾਲ। ਜੀ 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 ਇਸ ਤੇ ਵੀ ਅਸੀਂ ਜ਼ਰੂਰ ਇਸ ਵਿਸ਼ੇ ਤੇ ਖੁੱਲ ਕੇ ਗੱਲ ਕਿਸੇ ਦਿਨ ਕਰਾਂਗੇ। ਤੁਹਾਡੀ ਗੱਲ ਬਿਲਕੁਲ ਸਹੀ ਆ। ਤੇ ਜਿਹੜੀਆਂ ਮੈਰਿਜਸ ਜਿਨ੍ਹਾਂ ਦੇ ਵਿੱਚ ਹਸਬੈਂਡ ਵਾਈਫ ਕਈ ਮੈਰਿਜਸ ਦੇ ਵਿੱਚ ਖੁਸ਼ ਵੀ ਨਹੀਂ ਹੁੰਦੇ ਫਿਰ ਵੀ ਰਹਿ ਰਹੇ ਹੁੰਦੇ। ਕਿਉਂ ਰਹਿ ਰਹੇ ਹੁੰਦੇ? ਕਿਉਂਕਿ ਸਾਡਾ ਢਾਂਚਾ ਹੀ ਇਹੋ ਜਿਹਾ ਆ। ਸੋ ਇਹ ਤੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਥੈਂਕ ਯੂ ਸੋ ਮਚ ਪਰਮਿੰਦਰ ਜੀ। ਦਬ ਦਬਾ ਦੇ ਮੈਂ ਹੁਣ ਫਲਾਨਾ ਏਦਾਂ ਕਹਿ ਦੇ ਆ ਨਾ ਏਦਾਂ ਕਹਿ ਦੇ ਮਤਲਬ ਨਹੀਂ ਨਾ ਇਹਨਾਂ ਗੱਲਾਂ ਮਗਰ ਤੁਸੀਂ ਉੱਚੇ ਉੱਠੋ ਭਾਈ। ਜ਼ਿੰਦਗੀ ਜਿਉਣ ਲਈ ਕੁਛ ਨਾ ਕੁਛ ਆਪਣੇ ਆਪ ਨੂੰ ਜਾਗਰੂਕ ਮਰੋ ਨਾ। ਜੀ 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 ਮਰੋ ਕੁਛ ਮਰਨੇ ਦੀ ਲੋੜ ਨਹੀਂ ਹੈ। ਜੀ ਜੀ ਬਿਲਕੁਲ ਗੱਲ ਸੋਚ ਕੇ ਰੱਖੋ। ਹਾਂਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ। ਪੰਛੀ ਆ ਦੇਖੋ ਜੀ ਪੰਛੀ ਆ ਬੱਚੇ ਆ ਹੁਣ ਅੰਡਿਆਂ ਤੋਂ ਬੱਚੇ ਬਾਹਰ ਆ ਜਾਂਦੇ ਉਹ ਬੱਚਿਆਂ ਦੇ ਨਾਲ ਰਹਿੰਦੇ ਉਹ ਕਹਿੰਦੇ ਉੜ ਗਏ ਬਸ ਜਿੱਧਰ ਜਾਂਦੇ ਜਾਣ ਦਿਓ। ਜੀ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਅੱਜ ਫੋਨ ਤੇ ਆ ਕੇ ਗੱਲਾਂ ਬਾਤਾਂ ਕਰਨ ਦਾ। ਧੰਨਵਾਦ ਜੀ। ਖਿਆਲ ਰੱਖਿਓ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪਰਮਿੰਦਰ ਸੰਗਾ ਜੀ ਬਹੁਤ ਆਪਣੇ ਵਧੀਆ ਵਿਚਾਰ ਸ਼ੇਅਰ ਕਰਕੇ ਗਏ ਆ ਕਿ ਬਿਲਕੁਲ ਸਾਨੂੰ ਇਹਨਾਂ ਗੱਲਾਂ ਤੋਂ ਦੂਰ ਹੋਣਾ ਚਾਹੀਦਾ, ਗੁਰੇਜ਼ ਰੱਖਣਾ ਚਾਹੀਦਾ। ਸੋ ਮਨਜੀਤ ਜੀ ਸਮਾਂ ਜਿਹੜਾ ਕਾਫੀ ਤੇਜ਼ ਭੱਜ ਰਿਹਾ। ਸੋ ਅਖੀਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਹੋਰਾਂ ਧਰਮਾਂ ਦੇ ਤੇ ਜਾਤਾਂ ਦਾ ਅਸੀਂ ਆਦਰ ਕਰਦੇ ਹਾਂ ਤੇ ਅਸੀਂ ਇੱਕ ਸਮੁੱਚੇ ਸਮਾਜ ਦੇ ਵਿੱਚ ਕਿ ਇਮਾਨਦਾਰੀ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੀ ਕਿਸ ਤਰ੍ਹਾਂ ਰੱਖਿਆ ਕਰ ਸਕਦੇ ਹਾਂ ਕਿ ਅਸੀਂ ਹਰ ਇੱਕ ਧਰਮ ਦਾ ਹਰ ਇੱਕ ਜਾਤ ਦਾ ਜਿਹੜਾ ਰਿਸਪੈਕਟ ਕਰ ਸਕੀਏ, ਇਸ ਨੂੰ ਮਾਨਤਾ ਦੇ ਸਕੀਏ, ਨੀਚਾ ਨਾ ਦਿਖਾਈਏ, ਕਿਸੇ ਨੂੰ ਵੀ ਨੀਚਾ ਨਾ ਦਿਖਾਈਏ ਕਿ ਮੈਂ ਉੱਚੀ ਜਾਤ ਦਾ ਮੈਂ ਤੂੰ ਨੀਵੀਂ ਜਾਤ ਦਾ, ਮੇਰੇ ਕੋਲ ਜ਼ਿਆਦਾ ਪੈਸਾ ਤੇਰੇ ਕੋਲ ਜ਼ਿਆਦਾ ਘੱਟ ਪੈਸਾ ਆ। ਤੁਹਾਨੂੰ ਕੀ ਲੱਗਦਾ ਕਿ ਅਸੀਂ ਕੀ ਕਰੀਏ ਕਿ ਇਹ ਸਾਰਾ ਕੁਝ ਅਸੀਂ ਖਤਮ ਤਾਂ ਨਹੀਂ ਕਰ ਸਕਦੇ, ਮੈਨੂੰ ਪਤਾ ਹੈ ਸ਼ਾਇਦ ਸਦੀਆਂ ਲੱਗ ਜਾਣਗੀਆਂ ਖਤਮ ਕਰਨ ਨੂੰ, ਪਰ ਤੁਹਾਨੂੰ ਕੀ ਲੱਗਦਾ ਆ ਕਿ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਕਿ ਅਸੀਂ ਇਸ ਤੋਂ ਗੁਰੇਜ਼ ਕਰ ਸਕੀਏ? ਥੈਂਕ ਯੂ। ਬਹੁਤ ਹੀ ਵਧੀਆ ਕੁਐਸਚਨ ਹੈ। ਬਹੁਤ ਹੀ ਟਫ ਆਨਸਰ ਹੋਏਗਾ ਦੇਣਾ। ਮੈਂ ਤਾਂ ਇਹੀ ਕਹਾਂਗੀ ਕਿ ਦੇਖੋ ਜੀ ਸਮਾਜ ਦੀ ਬਦਲ ਤਾਂ ਉਹੀ ਕਰ ਸਕਦਾ ਜਿਹੜਾ ਆਪਣੇ ਇਤਿਹਾਸ ਨੂੰ ਜਾਣਦਾ ਹੋਵੇ। ਜਿਸ ਨੇ ਆਪਣਾ ਇਤਿਹਾਸ ਪੜ੍ਹਿਆ ਹੀ ਨਹੀਂ ਉਹਨੇ ਸਮਾਜ ਨੂੰ ਕੀ ਬਦਲਣਾ। ਠੀਕ ਹੈ। ਤੇ ਬੜਾ ਤਰਸ ਆਉਂਦਾ ਕਈ ਵਾਰ ਲੋਕਾਂ ਦੀ ਮਾਨਸਿਕਤਾ ਤੇ ਜੋ ਇਹ ਜਾਤੀਵਾਦ ਨੂੰ ਸਟਿਲ ਅਪਣਾ ਰਹੇ ਹੈਗੇ ਆ। ਤੇ ਜੇ ਹੁਣ ਅਸੀਂ ਇਹ ਗੱਲ ਕਰਦੇ ਹਾਂ ਵੀ ਕਿਵੇਂ ਆਪਾਂ ਕੁਛ ਏਦਾਂ ਕਰੀਏ ਵੀ ਅਸੀਂ ਐਟਲੀਸਟ ਥੋੜਾ ਜਿਹਾ ਇਸ ਤੋਂ ਉੱਪਰ ਉੱਠ ਸਕੀਏ। ਪਹਿਲੀ ਗੱਲ ਤਾਂ ਕਿਉਂਕਿ ਸਦੀਆਂ ਤੋਂ ਚਲੀ ਆ ਰਹੀ ਹੈ ਇਹਦੇ ਬਾਰੇ ਇੰਨਾ ਜਲਦੀ ਉੱਠਣਾ ਬਹੁਤ ਔਖਾ ਹੈ। ਕਿਉਂਕਿ ਜੋ ਬ੍ਰਾਹਮਣਵਾਦੀ ਸੋਚ ਹੈਗੀ ਆ ਉਹਦਾ ਜੋ ਜ਼ਹਿਰ ਹੈਗਾ ਜਾਂ ਉਹਦਾ ਜੋ ਕੋੜ ਹੈਗਾ ਉਹ ਸਾਡੇ ਸਮਾਜ ਨੂੰ ਤਾਰ-ਤਾਰ ਕਰ ਰਿਹਾ ਹੈਗਾ। ਤੇ ਅਸੀਂ ਅੱਜ ਦੇ ਸਮਾਜ ਵਿੱਚ ਵੀ ਅੱਜ ਦੇ ਟਾਈਮ ਵਿੱਚ ਵੀ ਆਪਣੀ ਸੋ ਕਾਲਡ ਕਾਸਟ ਉੱਤੇ ਬਹੁਤ ਮਾਣ ਕਰਦੇ ਹਾਂ। ਦੈਟਸ the one thing we have to delete from our mind. ਸੋ ਅਸੀਂ ਆਪਣੀ ਸੋ ਕਾਲਡ ਕਾਸਟ ਤੇ ਬਹੁਤ ਹੀ ਮਾਣ ਕਰਦੇ ਹਾਂ। ਅਸੀਂ ਉਸ ਨੂੰ ਦਿਖਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਮੈਂ ਭਾਈ ਤੇਰੇ ਤੋਂ ਸੁਪੀਰੀਅਰ ਹਾਂ। ਚਾਹੇ ਉਹ ਅਸੀਂ ਆਪਣੇ ਗੀਤਾਂ ਦੇ ਰਾਹੀਂ, ਆਪਣੇ ਕਲਚਰ ਦੇ ਰਾਹੀਂ ਜਾਂ ਆਪਣੀ ਵਾਰਤਾਲਾਪ ਦੇ ਰਾਹੀਂ ਕਿਸੇ ਨਾਲ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਅੱਜ ਕੱਲ੍ਹ ਤੁਸੀਂ ਪੰਜਾਬ ਵਿੱਚ ਵੀ ਇਹ ਸਾਰਾ ਕਲਚਰਲ ਵਿਸ਼ਾ ਹੈਗਾ, ਕਲਚਰਲ ਗੀਤਾਂ ਵਿੱਚ ਸਾਰਿਆਂ 'ਚ ਆਪਣੇ ਆਪ ਨੂੰ ਬਹੁਤ ਹੀ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੈਟਸ the one thing we have to remove. So if you are not racist, if you are not casteist, then you should not say those so-called ਜਾਤੀਵਾਦੀ name in your songs and stuff. So ਇਹ ਮਾਣ ਕਰਨ ਵਾਲੀ ਗੱਲ ਨਹੀਂ। ਮੈਂ ਅੱਗੇ ਵੀ ਕਿਹਾ ਹੈਗਾ ਕਿ ਜਾਤੀ ਜੇ ਤੁਸੀਂ ਮਾਣ ਕਰਦੇ ਆ ਕਿ ਮੇਰੇ ਤੋਂ ਕੋਈ ਨੀਚੇ ਵੀ ਹੈਗਾ ਆ, ਨੀਚੇ ਵਾਲਾ ਕਹਿੰਦਾ ਮੇਰੇ ਤੋਂ ਕੋਈ ਨੀਚੇ ਵੀ, ਇਹ ਕੋਈ ਮਾਣ ਦੀ ਗੱਲ ਨਹੀਂ। ਤੁਸੀਂ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹੋ? ਤੁਸੀਂ ਕਿਹੋ ਜਿਹੇ ਬੱਚੇ ਆਪਣੇ ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਬੱਚੇ ਹਿਊਮੈਨਿਟੀ ਦੇ ਰਾਹ ਤੇ ਚੱਲਣ? ਤੁਸੀਂ ਚਾਹੁੰਦੇ ਹੋ ਕਿ ਸਾਡਾ ਸਮਾਜ ਇਕੁਐਲਿਟੀ ਦੇ ਰਾਹ ਤੇ ਚੱਲੇ? ਕਿ ਤੁਸੀਂ ਚਾਹੁੰਦੇ ਹੋ ਕਿ ਸਾਡਾ ਸਮਾਜ ਜੋ ਸਾਡਾ ਹਿੰਦੂਵਾਦ, ਜੋ ਸਾਨੂੰ ਬ੍ਰਾਹਮਣਵਾਦ ਨੇ ਸਿਖਾਇਆ ਸਦੀਆਂ ਤੋਂ, ਉਸੇ ਹੀ ਵਿਸ਼ੇ ਤੇ ਚੱਲਦਾ ਰਹੇ? ਲੈਟਸ ਸੇ ਇੱਕ ਐਗਜ਼ਾਮਪਲ ਦੇਣੀ ਤੁਹਾਨੂੰ ਮੈਂ ਕਿ ਸਿੱਖ ਧਰਮ ਆਪਾਂ ਐਗਜ਼ਾਮਪਲ ਲੈਂਦੇ ਹਾਂ। ਮੈਂ ਸਿੱਖ ਹੋ ਸਕਦੀ ਹਾਂ ਜੇ ਮੈਂ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ। ਮੈਂ ਸਿੱਖ ਹੋ ਸਕਦੀ ਹਾਂ। ਮੈਂ ਇਕੱਲੀ ਸਿੱਖ ਹੀ ਹੋ ਸਕਦੀ ਹਾਂ। ਮੈਂ ਇਸ ਤਰ੍ਹਾਂ ਨਹੀਂ ਹੋ ਸਕਦੀ ਸੋ ਕਾਲਡ ਸਿੱਖ, ਸੋ ਕਾਲਡ ਸਿੱਖ, ਸੋ ਕਾਲਡ ਸਿੱਖ। ਸੋ ਮੈਂ ਜੇ ਮੰਨਦੀ ਹਾਂ ਆਪਣੇ ਧਰਮ ਨੂੰ, ਮੈਂ ਸਿੱਖ ਹੀ ਹੋ ਸਕਦੀ ਹਾਂ। ਕਿਉਂਕਿ ਇੱਥੇ ਮੈਂ ਇੱਕ ਹੋਰ ਵੀ ਗੱਲ ਕਰਨਾ ਚਾਹਾਂਗੀ ਕਿ ਜੇਕਰ ਇੱਕ ਮੁਸਲਿਮ
ਆਪਣੀ ਕੁਰਾਨ ਤੋਂ ਮੁਨਕਰ ਹੋ ਜਾਂਦਾ ਉਹ ਮੁਸਲਿਮ ਨਹੀਂ ਕਹਾਉਂਦਾ। ਜੇਕਰ ਕੋਈ ਈਸਾਈ ਆਪਣੀ ਬਾਈਬਲ ਤੋਂ ਮੁਨਕਰ ਹੋ ਜਾਂਦਾ ਉਹ ਈਸਾਈ ਨਹੀਂ ਕਹਾਏਗਾ। ਜੇਕਰ ਅਸੀਂ ਸਿੱਖ ਹੋ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੇ, ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ, ਇੱਕ ਕੀ ਮਾਨਸ ਸਭੋ ਪਹਿਚਾਨਵੋ, ਸੋ ਅਸੀਂ ਜੇ ਫਿਰ ਵੀ ਅਸੀਂ ਜਾਤ ਪਾਤ ਕਰਦੇ ਹਾਂ, ਅਸੀਂ ਤਾਂ ਆਪਣੇ ਹੀ ਧਰਮ ਤੋਂ ਮੁਨਕਰ ਹੋ ਰਹੇ ਹਾਂ, ਫਿਰ ਅਸੀਂ ਸਿੱਖ ਨਹੀਂ ਹਾਂ। ਸੋ ਇਸ ਕਰਕੇ ਜੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਧਰਮ ਦਿੱਤਾ ਤੇ ਅਸੀਂ ਉਸ ਨੂੰ ਪਾਲਣਾ ਕਰਨੀ ਆ, ਤੇ ਤੁਸੀਂ ਉਸ ਨੂੰ ਕਾਸਟਲੈਸ ਹੋ ਕੇ ਉਸ ਦੀ ਪਾਲਣਾ ਕਰੋ ਤਾਂ ਕਿ ਤੁਸੀਂ ਵੀ ਉਹਨਾਂ ਦੇ ਸੱਚੇ ਸਿੱਖ ਬਣ ਸਕਦੇ ਹੋ। ਦੂਸਰੀ ਗੱਲ ਮੈਂ ਇੱਥੇ ਕਰਨਾ ਚਾਹੁੰਦੀ ਹਾਂ ਕਿ ਸਾਡਾ ਜੋ ਇੰਡੀਆ ਸੀ ਉਹਦਾ ਪਿਛੋਕੜ ਸੀ ਉਹ ਤਾਂ ਹੈ ਹੀ ਬੁੱਧਮਈ ਸੀ, ਤੇ ਬਾਬਾ ਸਾਹਿਬ ਜੀ ਨੇ ਵੀ ਐਂਡ ਵਿੱਚ ਆ ਕੇ ਸਾਰੇ ਧਰਮਾਂ ਦੀ 21 ਸਾਲ ਤਪੱਸਿਆ ਕੀਤੀ। 21 ਸਾਲ ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਕਿਸ ਧਰਮ ਵਿੱਚ ਮੈਨੂੰ ਮੇਰੀ ਸੈਲਫ ਕੌਨਫੀਡੈਂਸ, ਮੇਰੀ ਆਪਣੀ ਆਜ਼ਾਦੀ ਮਿਲਦੀ ਹੈ। ਉਹਨਾਂ ਨੇ ਐਂਡ ਵਿੱਚ ਆ ਕੇ ਬੁੱਧ ਧਰਮ ਨੂੰ ਅਪਣਾਇਆ। ਸੋ ਜਿਹੜੇ ਵੀ ਧਰਮ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਹੈਗੀ ਇੰਡੀਪੈਂਡੈਂਸੀ ਮਿਲ ਰਹੀ ਹੈ, ਤੁਹਾਨੂੰ ਉਹ ਇੱਜ਼ਤ ਮਿਲ ਰਹੀ ਹੈ, ਉਸ ਨੂੰ ਪੂਰੀ ਤਰ੍ਹਾਂ ਅਪਣਾਓ ਤੇ ਉਹੀ ਉਸ ਆਪਣੀ ਜਿਹੜੀ ਪਾਲਣ ਪੋਸ਼ਣ ਉਹੀ ਬੱਚਿਆਂ 'ਚ ਦਿਓ ਕਿ ਜਿਹੜੀ ਤੁਸੀਂ ਹਿਊਮੈਨਿਟੀ ਦੇ ਰਾਹ ਤੇ ਕਿੱਦਾਂ ਤੁਰਨਾ ਹੈ। ਮੈਂ ਤਾਂ ਇਹੀ ਕਹਿ ਸਕਦੀ ਹਾਂ ਕਿ ਤੁਸੀਂ ਅੱਜ ਸ਼ੁਰੂ ਕਰ ਲਓ, ਤੁਹਾਡਾ ਮਾਈਂਡ ਵਿੱਚ ਕੁਐਸਚਨ ਕਰਨਾ ਸ਼ੁਰੂ ਕਰ ਲਓ ਕਿ ਕਿਉਂ ਹੈ। ਜੇ ਕੁਐਸਚਨ ਕਰਦੇ ਆ ਤਾਂ ਤੁਸੀਂ ਫਿਰ ਥੋੜੀ ਬਹੁਤੀ ਉਹਦੇ ਬਾਰੇ ਸੋਲੂਸ਼ਨ ਵੀ ਲੱਭੋਗੇ। ਸੋ ਸਟਾਰਟ ਫਰੋਮ ਟੁਡੇ ਥਿੰਕਿੰਗ ਅਬਾਊਟ ਇਟ, ਟਾਕਿੰਗ ਅਬਾਊਟ ਇਟ, talking to your kids about it, and thinking about the religions which is better for you. So all those things can make a difference. So at the end ਮੈਂ ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦੀ ਹੈਗੀ ਹਾਂ ਕਿ ਤੁਸੀਂ ਮੈਨੂੰ 에ਅਰ ਤੇ ਲਿਆ ਕੇ ਤੁਹਾਡੇ ਸਾਡੇ ਆਪਣੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਤੇ ਮੈਂ ਆਪਣੇ ਬਿਹਾਫ ਤੇ ਆਪਣੀ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਬਿਹਾਫ ਤੇ ਆਪ ਸਭ ਦਾ ਹੀ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਆਪਣਾ ਕੁਛ ਆਪਣੇ ਜਿਹੜੇ ਸਿਆਣਪ ਜਾਂ ਕੁਛ ਵੀ ਥੋੜੀ ਬਹੁਤੀ ਮੈਂ ਬਾਬਾ ਸਾਹਿਬ ਦੀ ਬੁੱਕਸ ਤੋਂ ਸਿੱਖੀ ਹੈਗੀ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕੀ ਹਾਂ। ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਚੋਂ ਕੁਛ ਸਿੱਖ ਕੇ, ਅਸੀਂ ਸਾਰੇ ਹੀ ਸਿੱਖ ਕੇ, ਅਸੀਂ ਸਭ ਨੇ ਹੀ ਸਭ ਕੁਛ ਕੀਤਾ ਹੈਗਾ ਆਪਣੀ ਲਾਈਫ 'ਚ, ਡਿਸਕ੍ਰਿਮੀਨੇਸ਼ਨ ਕੀਤੀ ਹੈਗੀ, ਇਸ ਤੋਂ ਸਿੱਖ ਕੇ ਕੁਛ ਅਸੀਂ ਅੱਗੇ ਵਧੀਏ, ਇਕੁਐਲਿਟੀ ਵੱਲ ਵਧੀਏ, ਹਿਊਮੈਨਿਟੀ ਵੱਲ ਵਧੀਏ, ਤੇ ਇਹੀ ਇੱਕ ਸਮੁੱਚੇ ਸਮਾਜ ਦੀ ਸਿਰਜਣਾ ਹੋਊਗੀ ਤੇ ਧਰਮ ਦੀ ਪਾਲਣਾ ਹੋਊਗੀ। ਥੈਂਕ ਯੂ ਸੋ ਮਚ ਜੀ। ਬਹੁਤ ਹੀ ਵਧੀਆ ਢੰਗ ਦੇ ਨਾਲ, ਬਹੁਤ ਹੀ ਸੁਚੱਜੇ ਅੱਖਰਾਂ ਦੇ ਨਾਲ ਤੁਸੀਂ ਬਿਆਨ ਕੀਤਾ ਡਾਕਟਰ ਅੰਬੇਦਕਰ ਜੀ ਦੀਆਂ ਜਿਹੜੀਆਂ ਉਹਨਾਂ ਦੇ ਵਿਚਾਰ ਸੀ, ਉਹਨਾਂ ਦੀਆਂ ਧਾਰਨਾਵਾਂ ਸੀ, ਉਹਨਾਂ ਨੂੰ ਤੁਸੀਂ ਸਾਰਿਆਂ ਦੇ ਅੱਗੇ ਰੱਖਿਆ। ਸਾਡੇ ਨਾਲ ਕਾਫੀ ਕਾਲਰ ਵੀ ਆਏ, ਪਰ ਸਾਰਿਆਂ ਦੀਆਂ ਕਾਲਸ ਕਈ ਵਾਰ ਨਹੀਂ ਲਈਆਂ ਜਾ ਸਕਦੀਆਂ ਹੁੰਦੀਆਂ, ਉਸ ਦੇ ਲਈ ਮਾਫੀ ਵੀ ਚਾਹੁੰਦੇ ਹਾਂ। ਪਰ ਦੋਸਤੋ, ਸਾਨੂੰ ਸਾਰਿਆਂ ਨੂੰ ਇੱਕ ਧਰਮ, ਇੱਕ ਜਾਤ ਜਿਹੜੀ ਆ, ਉਹ ਸਾਡੀ ਸਾਰਿਆਂ ਦੀ ਜਿਹੜੀ ਇੱਕ ਹੀ ਜਾਤ ਆ, ਉਹ ਮਾਨਵਤਾ ਦੀ ਆ। ਸੋ ਧਰਮ ਜਿਹੜਾ ਸਾਡਾ ਉਹ ਇਨਸਾਨੀਅਤ ਦਾ ਹੋਣਾ ਚਾਹੀਦਾ। ਜਿਸ ਤਰ੍ਹਾਂ ਸਾਡੇ ਇੱਕ ਵਿਊਅਰ ਸਰਜ ਕੌਰ ਵੀ ਵਿਚਾਰ ਆਪਣੇ ਪੇਸ਼ ਕਰ ਰਹੇ ਨੇ ਕਿ ਜਿਹੜੇ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਜ਼ਿਆਦਾ ਵਿਚਾਰ ਜਿਹੜੇ ਆ ਉਹਨਾਂ ਦੇ ਚੇਂਜ ਕਰਨ ਦੀ ਜ਼ਰੂਰਤ ਆ। ਜਿਹੜੀ ਗਾਹਾਂ ਦੀਆਂ ਜਨਰੇਸ਼ਨਸ ਆ, ਇੱਥੇ ਬੱਚੇ ਪੈਦਾ ਹੁੰਦੇ ਆ, ਉਹ ਤਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਬਹੁਤ ਹੀ ਘੱਟ ਨੇ, ਅਗਰ ਮੰਨਦੇ ਨੇ ਤਾਂ ਵੈਸੇ ਜ਼ਿਆਦਾ ਬੱਚੇ ਜਿਹੜੇ ਆ ਉਹ ਇੱਕ ਸਾਰਥਾ ਦੇ ਵਿੱਚ ਬਲੀਵ ਕਰਦੇ ਆ, ਸਾਰਿਆਂ ਨੂੰ ਬਰਾਬਰ ਹੀ ਸਮਝਦੇ ਆ। ਉਹਨਾਂ ਦੇ ਲਈ ਜਾਤ ਪਾਤ, ਧਰਮ, ਅਲੱਗ ਧਰਮ ਜਾਂ ਅਲੱਗ ਜਿਹੜੇ ਕਹਿ ਲਓ ਕਮਿਊਨਿਟੀਜ਼ ਦੇ ਲੋਕ, ਇਸ ਤਰ੍ਹਾਂ ਨਹੀਂ ਉਹ ਸਾਰਿਆਂ ਨੂੰ ਦੇਖਦੇ। ਜਿਹੜੇ ਹੁਣ ਜਿੱਦਾਂ ਬੱਚੇ ਇੱਕ ਦੂਸਰੇ ਕਮਿਊਨਿਟੀਜ਼ ਦੇ ਲੋਕਾਂ ਦੇ ਨਾਲ, ਇੱਕ ਮਿੰਟ ਜੀ, ਕਾਲਸ ਬਹੁਤ ਆ ਰਹੀਆਂ ਨੇ, ਮੈਂ ਮਨਜੀਤ ਜੀ ਤੁਹਾਨੂੰ 1-2 ਮਿੰਟ ਹੋਰ ਰੱਖਣਾ ਚਾਹਾਂਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਾਲਰ, ਤੁਸੀਂ ਔਨ 에ਅਰ ਹੋ, ਕੀ ਕਹਿਣਾ ਚਾਹੋਗੇ? ਹੈਲੋ ਜੀ, ਤੁਸੀਂ ਆਪਣਾ ਰੇਡੀਓ ਹੌਲੀ ਕਰ ਲਓ ਜੀ ਜਾਂ ਬੰਦ ਕਰ ਲਓ, ਤੇ ਤੁਸੀਂ ਔਨ 에ਅਰ ਹੋ, ਕੀ ਕਹਿਣਾ ਚਾਹੋਗੇ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਲਿਆਂ ਨਾਲ ਗੱਲ ਕਰਨੀ ਆ ਵੀ ਜਿਹਨਾਂ ਬੱਚਿਆਂ ਦੇ ਮਾਂ-ਬਾਪ ਹੈ ਨਹੀਂ ਜੀ, ਉਹ ਕਿਹੜੇ ਸਾਥ ਆ ਸਕਦੇ? ਅਸੀਂ ਦਾਦੀ ਬਾਬਾ ਅਸੀਂ ਉਹਦਾ ਅਪਲਾਈ ਕਰ ਸਕਦੇ ਹਾਂ ਇੱਥੇ ਜੀ? ਇਹ ਇਮੀਗ੍ਰੇਸ਼ਨ ਦੇ ਨਹੀਂ ਹੈਗੇ, ਅਸੀਂ ਇਮੀਗ੍ਰੇਸ਼ਨ ਦੇ ਸੰਬੰਧਿਤ ਅੱਜ ਗੱਲਾਂ ਬਾਤਾਂ ਨਹੀਂ ਕਰ ਰਹੇ, ਜਾਤ ਪਾਤ ਦੇ ਬਾਰੇ ਕਰ ਰਹੇ ਹਾਂ। ਉਸ ਦੇ ਲਈ ਤੁਹਾਨੂੰ ਕਿਸੇ ਨਾ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕੰਸਲਟ ਕਰਨਾ ਪਏਗਾ। ਸੋ ਤੁਸੀਂ ਆਪਣੇ ਲੋਕਲ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਕੇ, ਕਿਸੇ ਬੰਦੇ ਨੂੰ ਲੱਭ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਦੇ ਬਾਰੇ। ਥੈਂਕ ਯੂ ਜੀ। ਅੱਜ ਜਗਮੀਤ ਹੁਣੀ ਆਏ ਹੋ ਨਾ ਵਿੱਚ ਗੱਲਬਾਤ ਕਰਦੇ ਆ ਜੀ। ਮਨਜੀਤ ਜੀ ਨੇ ਇਹ ਗੱਲਾਂ ਬਾਤਾਂ ਜਾਤ ਪਾਤ ਦੇ ਬਾਰੇ ਕਰ ਰਹੇ, ਡਾਕਟਰ ਅੰਬੇਦਕਰ ਜੀ ਦੀਆਂ ਧਾਰਨਾਵਾਂ ਨੂੰ ਸਾਡੇ ਨਾਲ ਸ਼ੇਅਰ ਕਰ ਰਹੇ ਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਕਈ ਵਾਰ ਜੀ ਲਿਸਨਰਸ ਨੂੰ ਭੁਲੇਖਾ ਵੀ ਲੱਗ ਜਾਂਦਾ ਜਾਂ ਪੂਰਾ ਪ੍ਰੋਗਰਾਮ ਸੁਣਦੇ ਨਹੀਂ ਤੇ ਗਲਤ ਸਮਝ ਜਾਂਦੇ ਆ ਤੇ ਚਲੋ ਇਸ ਦੇ ਨਾਲ ਹੀ ਅਸੀਂ ਅੱਗੇ ਵਧਦੇ ਹਾਂ। ਹੁਣ ਜਿਹੜਾ ਸਮਾਂ ਆ ਉਹ ਵੈਸੇ ਕਾਫੀ ਨਜ਼ਦੀਕ ਆ ਰਿਹਾ ਪ੍ਰੋਗਰਾਮ ਦੀ ਸਮਾਪਤੀ ਦੇ ਵੱਲ। ਸੋ ਮਨਜੀਤ, ਅੱਜ ਤੁਸੀਂ ਜਿਹੜੀਆਂ ਡਾਕਟਰ ਅੰਬੇਦਕਰ ਜੀ ਦੀਆਂ ਧਾਰਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ, ਸਾਡੇ ਲਿਸਨਰਸ ਦੇ ਨਾਲ ਸਾਂਝੀਆਂ ਕੀਤੀਆਂ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਮਾਂ ਕੱਢਣ ਦੇ ਲਈ। ਫਿਰ ਕਿਸੇ ਦਿਨ ਅਸੀਂ ਲੰਬੀਆਂ ਗੱਲਾਂ ਬਾਤਾਂ ਫਿਰ ਕਿਤੇ ਕਰਾਂਗੇ, ਪਰ ਅੱਜ ਜਿਹੜਾ ਤੁਸੀਂ ਸਮਾਂ ਕੱਢਿਆ ਸਾਡੇ ਇਨਵੀਟੇਸ਼ਨ ਨੂੰ ਸਵੀਕਾਰਿਆ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਬੈਂਸ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਚੇਤਨਾ ਐਸੋਸੀਏਸ਼ਨ ਤੋਂ। ਇਹਨਾਂ ਦੇ ਵਿਚਾਰ ਤੁਸੀਂ ਸਾਰਿਆਂ ਨੇ ਸੁਣੇ। ਇਹਨਾਂ ਦੇ ਵਿਚਾਰ ਜਾਂ ਡਾਕਟਰ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਡੇ ਸਾਹਮਣੇ ਰੱਖਿਆ, ਸਾਡੇ ਅੱਗੇ ਰੱਖਿਆ ਤੇ ਉਹਨਾਂ ਤੇ ਸਾਨੂੰ ਗੌਰ ਕਰਨ ਦੀ ਜ਼ਰੂਰਤ ਆ। ਸਿਰਫ ਅਸੀਂ ਗੱਲਾਂ ਕਰਕੇ ਹੀ ਨਾ ਇੱਧਰ ਉੱਧਰ ਛੱਡ ਦਈਏ, ਕਿਉਂਕਿ ਅਗਰ ਅਸੀਂ ਗੌਰ ਨਹੀਂ ਕਰਾਂਗੇ ਇਹਨਾਂ ਗੱਲਾਂ ਤੇ ਕੋਈ ਚੇਂਜ ਨਹੀਂ ਲਿਆ ਸਕਦੇ। ਅਗਰ ਚੇਂਜ ਲਿਆਉਣੀ ਆ ਤੇ ਐਕਸ਼ਨ ਲੈਣਾ ਪਏਗਾ। ਐਕਸ਼ਨ ਇਸੇ ਤਰ੍ਹਾਂ ਅਸੀਂ ਲੈ ਸਕਦੇ ਹਾਂ ਕਿ ਅਸੀਂ ਆਪਣੇ ਵਿਚਾਰਾਂ ਨੂੰ ਚੇਂਜ ਕਰਨਾ ਸ਼ੁਰੂ ਕਰੀਏ, ਬਦਲਣਾ ਸ਼ੁਰੂ ਕਰੀਏ। ਉਹੀ ਪੁਰਾਣੀਆਂ ਗੱਲਾਂ ਨੂੰ ਫੜ ਕੇ ਨਾ ਬੈਠੇ ਰਹੀਏ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਆਪਾਂ ਕਈ ਲੋਕ ਆ ਕਿ ਉਹ ਸਭ ਤੋਂ ਪਹਿਲਾਂ ਪੁੱਛਣਗੇ ਕਿ ਤੇਰਾ ਪਿੰਡ ਕਿਹੜਾ। ਚਲੋ ਪਿੰਡ ਮੰਨ ਲਿਆ, ਤੁਸੀਂ ਪੁੱਛ ਲਿਆ, ਤੇ ਫਿਰ ਉਹ ਤੋਂ ਬਾਅਦ ਉਹ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਜਾਏਗੀ, ਤੁਸੀਂ ਮਜਈ ਆ, ਮਲਵਈ ਆ ਜਾਂ ਦੁਆਬੀ ਆ। ਮੈਂ ਸੋਚਦੀ ਹੁੰਦੀ ਹਾਂ ਕਿ ਕੀ ਫਰਕ ਪੈਂਦਾ, ਤੁਸੀਂ ਕਿੱਥੋਂ ਆ, ਕਿਹੜੇ ਏਰੀਏ ਤੋਂ ਆ। ਹਰ ਇੱਕ ਏਰੀਏ ਦੀ ਆਪਣੀ ਆਪਣੀ ਬੋਲੀ, ਜਿਸ ਤਰ੍ਹਾਂ ਕਹਿੰਦੇ ਹੁੰਦੇ 10 ਕੋਹ ਤੇ ਜਾ ਕੇ ਬੋਲੀ ਵੀ ਬਦਲ ਜਾਂਦੀ ਆ। ਸੋ ਥੋੜੀ ਬੋਲੀ ਦਾ ਵੀ ਫਰਕ ਹੁੰਦਾ, ਚੀਜ਼ਾਂ ਦਾ ਵੀ ਫਰਕ ਹੁੰਦਾ। ਠੀਕ ਆ, ਤੁਸੀਂ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰੋ, ਸ਼ੇਅਰ ਕਰੋ, ਐਕਸਚੇਂਜ ਕਰੋ, ਆਪਣੇ ਵਿਚਾਰ ਐਕਸਚੇਂਜ ਕਰੋ, ਵਿਚਾਰ ਵਟਾਂਦਰਾ ਕਰੋ, ਇੱਕ ਦੂਜੇ ਦੀਆਂ ਚੀਜ਼ਾਂ ਅਪਣਾਓ, ਨੋ ਪ੍ਰੋਬਲਮ। ਪਰ ਜੇ ਤੁਸੀਂ ਕਹੋ ਕਿ ਅਗਲੇ ਦੀ ਜਾਤ ਪਾਤ ਪੁੱਛ ਕੇ ਜਾਂ ਪਿੰਡ ਪੁੱਛ ਕੇ, ਜਾਂ ਤੁਸੀਂ ਮਾਝੇ ਤੋਂ ਆ, ਮਾਲਵੇ ਤੋਂ ਆ, ਦੁਆਬੇ ਤੋਂ ਆ, ਇਹ ਪੁੱਛ ਕੇ ਅਗਲੇ ਨੂੰ ਉੱਚਾ ਨੀਵਾਂ ਦਿਖਾਉਣਾ ਜਾਂ ਆਪਣੇ ਆਪ ਨੂੰ ਉੱਚਾ ਸਮਝਣਾ। ਮੈਂ ਕਈ ਵਾਰ ਦੇਖਿਆ ਕਈ ਨਾ ਲੋਕ ਹੁੰਦੇ ਆ ਆਪਣੇ ਆਪ ਨੂੰ ਕਾਫੀ ਸਮਝਦੇ ਆ ਕਿ ਇਹ ਲੋਕ ਦੁਆਬੀ ਹੈ ਤਾਂ ਅਸੀਂ ਆ ਤਾਂ ਸ਼ਾਇਦ ਅਸੀਂ। ਮੈਂ ਕਹਿੰਦੀ ਹੁੰਦੀ ਹਾਂ ਕਿ ਨਹੀਂ, ਤੁਹਾਡੀ ਸੋਚ ਇੰਨੀ ਗਿਰੀ ਹੋਈ ਆ, ਐਕਚੁਅਲੀ ਤੁਸੀਂ ਜ਼ਿਆਦਾ ਨੀਵੇਂ ਹੋ, ਹੈ ਨਾ। ਸੋ ਸੋਚ ਇਨਸਾਨ ਦੀ ਜਿਹੜੀ ਆ ਉਹ ਉਹਨੂੰ ਕਿਤੇ ਨਾ ਕਿਤੇ ਪਹੁੰਚਾ ਦਿੰਦੀ ਹੈ। ਡਜ਼ਨਟ ਮੈਟਰ ਉਹ ਕਿਹੜੀ ਜਾਤ ਪਾਤ ਦਾ ਹੋਵੇ, ਕਿਹੜੇ ਧਰਮ ਦਾ ਹੋਵੇ, ਤਾਂ ਕਿੱਥੋਂ ਆਇਆ ਹੋਵੇ। ਇਨਸਾਨ ਦੀ ਜਿਹੜੀ ਸੋਚ ਆ, ਇਨਸਾਨ ਦੇ ਵਿਚਾਰ ਆ, ਉਹਨੂੰ ਕਿਤੇ ਨਾ ਕਿਤੇ ਦੇ ਕਿਤੇ ਲੈ ਜਾਂਦੇ ਆ। ਇਸ ਦੇ ਨਾਲ ਹੀ ਲਓ ਜੀ ਇੱਕ ਗਾਣਾ ਕਿਉਂ ਨਾ ਤੁਹਾਨੂੰ ਸੁਣਾ ਦਈਏ ਜਾਤਾਂ ਪਾਤਾਂ ਤੇ ਵਿਜੇ ਹੰਸ ਦੀ ਆਵਾਜ਼ ਦੇ ਵਿੱਚ। ਆਉਨੇ ਆ ਬਹੁਤ ਹੀ ਜਲਦੀ ਵਾਪਸ। ਸਮਿਆਂ ਦੀ ਲੋਕ ਤੁਹਾਨੂੰ ਗੱਲ ਦੱਸਾਂ, ਲੋਕੀ ਜਾਤਾਂ ਦਾ ਰੌਲਾ ਨੂੰ ਕਿੰਜ ਸਮਝਾਉਣ ਲੱਗੇ।